ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਬੈਠ ਕਰਕੇ ਟੈਲੀਵਿਜ਼ਨ ਔਰ ਮੀਡੀਆ ਦੇ ਮਾਧਿਅਮ ਰਾਹੀਂ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਪਾਤਸ਼ਾਹ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਮਿਲ ਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਵਾਰਾਂ ਤੇ ਵਧੀਕ ਮਹੱਲਾ ਪਹਿਲਾ। ਰਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ। ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ। ਇਹ ਪਾਵਨ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਲੋਕ ਰੂਪ ਦੇ ਅੰਦਰ ਸ਼ਲੋਕ ਵਾਰਾਂ ਤੇ ਵਧੀਕ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1412 ਦੇ ਉੱਪਰ ਸੁਭਾਇਮਾਨ ਹੈ। ਇਨ੍ਹਾਂ ਸ਼ਲੋਕਾਂ ਤੋਂ ਪਹਿਲਾਂ ਆਪ ਸੰਗਤਾਂ 30 ਸ਼ਲੋਕਾਂ ਤੱਕ ਦੀ ਵਿਚਾਰ ਕੱਲ ਦੇ ਦੀਵਾਨਾਂ ਤੱਕ ਸਰਵਣ ਕਰ ਚੁੱਕੀਆਂ ਹੋ। ਅੱਜ ਅਗਲੇਰੇ ਸ਼ਲੋਕਾਂ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ ਔਰ ਅੱਜ ਦੇ ਇਹਨਾਂ ਪਾਵਨ ਬਚਨਾਂ ਰਾਹੀਂ ਜੋ ਉਪਦੇਸ਼, ਜੋ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਦ੍ਰਿੜ ਕਰਾਇਆ, ਉਸ ਸਮਾਜ ਦਾ ਇੱਕ ਅਸਲ ਸੱਚ ਹੈ। ਤੇ ਗੁਰੂ ਨਾਨਕ ਸਾਹਿਬ ਨੇ ਜੀਵਾਂ ਦੀ ਜਿਹੜੀ ਲਾਲਸਾ ਹੈ ਨਾ, ਮਨੁੱਖਾਂ ਦੀ ਲਾਲਸਾ, ਜਿਹੜੇ ਸੰਸਾਰਕ ਤੌਰ ਤੇ ਜ਼ਿੰਦਗੀ ਜਿਉਂ ਤੇ ਰਹੇ ਨੇ ਪਰ ਜ਼ਿੰਦਗੀ ਜਿਉਣ ਦੀ ਲਾਲਸਾ ਬਹੁਤ ਵੱਡੀ ਰੱਖ ਕੇ ਬੈਠੇ ਨੇ, ਤੇ ਇਹ ਜ਼ਿੰਦਗੀ ਜਿਉਣ ਦੀ ਜਿਹੜੀ ਲਾਲਸਾ ਹੈ, ਅੱਜ ਉਸੇ ਲਾਲਸਾ ਨੂੰ ਗੁਰੂ ਨਾਨਕ ਸਾਹਿਬ ਨੇ ਪ੍ਰਗਟਾਇਆ ਵੀ ਮਨੁੱਖ ਕਿਵੇਂ ਆਪਣੇ ਮਨਾਂ ਵਿੱਚ ਆਸ ਲੈ ਕੇ ਬੈਠਾ ਹੈ ਕਿ ਮੇਰੀ ਜ਼ਿੰਦਗੀ ਬਹੁਤ ਲੰਮੀਰੀ ਹੈ। ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਨਾ ਇੱਕ ਬਚਨ ਸਾਨੂੰ ਦ੍ਰਿੜ ਕਰਾਉਂਦਿਆਂ ਆਖਿਆ ਸੀ ਕਿ ਮਨੁੱਖਾ, ਜੇ ਤੂੰ ਆਪਣੀ ਪਾਇਆਂ ਦੀ ਗੱਲ ਕਰੇ ਜਾਂ ਆਪਣੀ ਠੇਠ ਪੰਜਾਬੀ ਚ ਲਫ਼ਜ਼ ਵਰਤਾਂਗੇ ਔਕਾਤ ਦੀ ਗੱਲ ਕਰੇ ਤੇ ਤੇਰੀ ਔਕਾਤ ਸਿਰਫ ਇੰਨੀ ਹੈ
ਜੈਸੇ ਜਲ ਤੇ ਬੁੱਧ ਬੁਦਾ, ਉਪਜੈ ਬਿਨਸੈ ਨੀਤ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਆ ਇੱਕ ਇਨਸਾਨ ਦੀ ਹੈਸੀਅਤ ਹੈ, ਜਿਹਨੂੰ ਗੁਰੂ ਸਾਹਿਬ ਨੇ ਬਾਣੀ ਵਿੱਚ ਪ੍ਰਗਟਾਉਂਦਿਆਂ ਆਖਿਆ ਸੀ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਆ ਮਨੁੱਖ ਦੀ ਅਸਲ ਦੇ ਵਿੱਚ ਪਾਇਆ ਹੈ, ਕਿਉਂਕਿ ਪਤਾ ਤੇ ਇੱਕ ਦਮ ਦਾ ਵੀ ਨਹੀਂ ਹੈ ਨਾ। ਪਤਾ ਤੇ ਸਾਨੂੰ ਸਾਡੇ ਇੱਕ ਸਾਹ ਦਾ ਵੀ ਨਹੀਂ ਹੈ ਕਿ ਇੱਕ ਸਾਹ ਅਸੀਂ ਲਿਆ, ਉਹ ਮੁੜ ਕੇ ਦੁਬਾਰਾ ਲੈਣ ਜੋਗੇ ਰਹਿਣਾ ਕਿ ਨਹੀਂ ਰਹਿਣਾ, ਜਾਂ ਇੱਕ ਸਵਾਸ ਅਸੀਂ ਬਾਹਰ ਕੱਢਿਆ, ਮੁੜ ਕੇ ਦੁਬਾਰਾ ਬਾਹਰ ਕੱਢਣ ਜੋਗੇ ਵੀ ਅਸੀਂ ਰਹਿਣਾ ਕਿ ਨਹੀਂ ਰਹਿਣਾ। ਇਸ ਗੱਲ ਦਾ ਕੋਈ ਤਕਾਜ਼ਾ ਨਹੀਂ ਹੈ। ਹੁਣ ਗੁਰੂ ਸਾਹਿਬ ਨੇ ਅੱਜ ਇੱਕ ਬੜਾ ਨਵੇਕਲਾ ਜਿਹਾ ਪੱਖ ਰੱਖਿਆ, ਕਹਿੰਦੇ ਸੰਸਾਰ ਉੱਤੇ ਰਹਿੰਦਾ ਜੀਵ, ਚਲੋ ਜਿੰਨੇ ਉਮਰ ਬਹੁਤ ਘੱਟ ਆਪਣੀ ਬਤੀਤ ਕੀਤੀ ਹੈ, ਉਹ ਬੰਦਾ ਤੇ ਲਾਲਸਾ ਰੱਖ ਕੇ ਬੈਠੇ ਕਿ ਮੇਰੀ ਜ਼ਿੰਦਗੀ ਬੜੀ ਲੰਮੇਰੀ, ਚੰਗਾ ਵੀ ਲੱਗਦਾ ਵੀ ਮੇਰੀ ਉਮਰ ਵੱਡੀ ਹੋਵੇ, ਮੇਰੀ ਉਮਰ ਹੋਰ ਵਧੇ, ਮੈਂ ਅਜੇ ਦੁਨੀਆ, ਮੈਂ ਅਜੇ ਸੰਸਾਰ ਵੇਖਣਾ ਚਾਹੁੰਦਾ। ਜਿਹਦੀ ਉਮਰ ਥੋੜੀ ਹੈ ਤੇ ਜਿਹਦੀ ਉਮਰ ਬਹੁਤ ਜ਼ਿਆਦਾ, ਜਿਨੇ ਕਹਿ ਲੋ ਵੀ ਜ਼ਿੰਦਗੀ ਦੇ ਹਰ ਤੱਥ ਨੂੰ ਵੇਖ ਲਿਆ, ਉਹਨੇ ਬਚਪਨ ਵੀ ਵੇਖ ਲਿਆ, ਜਵਾਨੀ ਵੀ ਵੇਖ ਲਈ, ਉਹਨੇ ਬੁਢੇਪਾ ਤੱਕ ਵੇਖ ਲਿਆ, ਇਨਸਾਨ ਉਹ ਵੀ ਲਾਲਸਾ ਰੱਖ ਕੇ ਬੈਠਾ ਵੀ ਜ਼ਿੰਦਗੀ ਮੇਰੀ ਹੋਰ ਲੰਮੇਰੀ ਹੋਵੇ, ਜੀਵਨ ਮੇਰਾ ਹੋਰ ਲੰਮਾ ਹੋਣਾ ਚਾਹੀਦਾ। ਉਹ ਆਸ ਰੱਖ ਕੇ ਬੈਠਾ ਹੈ। ਤੇ ਗੁਰੂ ਸਾਹਿਬ ਕਹਿੰਦੇ ਜਦੋਂ ਐਸੇ ਮਨੁੱਖਾਂ ਵੱਲ ਝਾਤ ਮਾਰਦੇ ਆ ਨਾ, ਜਾਂ ਐਸੇ ਮਨੁੱਖਾਂ ਨੂੰ ਵੇਖਦੇ ਆ, ਤੇ ਉਦੋਂ ਇੱਕ ਬਾਤ ਸਾਹਮਣੇ ਆਉਂਦੀ ਹੈ ਕਿ ਇਨਸਾਨ ਜਿੰਨੀ ਮਰਜ਼ੀ ਉਮਰਾਂ ਬਤੀਤ ਕਰ ਲਏ, ਜਿੰਨੀ ਉਮਰ ਇਹ ਮਰਜ਼ੀ ਆਪਣੀ ਗੁਜ਼ਾਰ ਲਏ, ਇਹ ਸੱਚ ਕਦੇ ਇਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਰੱਜ ਨਾ ਕੋਈ ਜੀਵਿਆ। ਅੱਜ ਤੱਕ ਜ਼ਿੰਦਗੀ ਤੋਂ ਕੋਈ ਰੱਜ ਕੇ ਸੈਟੀਸਫਾਈ ਹੋਇਆ ਵੀ ਮੈਂ ਸੈਟੀਸਫਾਈ ਹਾਂ, ਮੈਨੂੰ ਜ਼ਿੰਦਗੀ ਹੋਰ ਇਸ ਤੋਂ ਵੱਧ ਕੇ ਨਹੀਂ ਚਾਹੀਦੀ, ਜਾਂ ਜਿਤਨੀ ਉਮਰ ਮੇਰੀ ਬਤੀਤ ਹੋ ਚੁੱਕੀ ਹੈ ਮੈਂ ਇਹਦੇ ਨਾਲ ਖੁਸ਼ ਹਾਂ, ਇੰਨੀ ਉਮਰ ਨਾਲ ਮੈਂ ਪ੍ਰਸੰਨ ਹਾਂ, ਜੇ ਅੱਜ ਵੀ ਮੌਤ ਆ ਜਾਏ ਤੇ ਮੈਨੂੰ ਪ੍ਰਵਾਹ ਨਹੀਂ, ਕੋਈ ਸੈਟੀਸਫਾਈ ਨਹੀਂ ਹੈ, ਕਿਉਂਕਿ ਰੱਜਿਆ ਹੀ ਨਹੀਂ ਨਾ ਇਨਸਾਨ ਅਜੇ ਤੱਕ। ਅਜੇ ਜਿਉਣ ਦੀ ਲਾਲਸਾ ਮੁੱਕੀ ਨਹੀਂ ਹੈ, ਅਜੇ ਜਿਉਣ ਦੀ ਤਾਂਘ ਤੇ ਅੰਦਰ ਰੱਖ ਕੇ ਬੈਠਾ ਵੀ ਹੁਣ ਵੇਖੋ ਨਾ, ਪਹਿਲੋਂ ਸੀ ਕਿ ਮੈਂ ਬਚਪਨ ਵਿੱਚ ਆ, ਉਦੋਂ ਬਚਪਨ ਵਿੱਚ ਵੇਖ ਕੇ ਮਾਂ-ਬਾਪ ਨੇ ਆਖਿਆ ਵੀ ਸਾਡਾ ਪੁੱਤਰ ਸਾਡੀ ਧੀ ਜਵਾਨੀਆਂ ਮਾਣੇ, ਇਹ ਜਵਾਨੀ ਵਿੱਚ ਆ ਗਿਆ, ਹੁਣ ਜਵਾਨੀ ਦੀ ਲਾਲਸਾ ਰੱਖ ਕੇ ਕਹਿੰਦਾ ਵੀ ਮੈਂ ਆਪਣੀ ਜਵਾਨੀ ਦੇ ਵਿੱਚ ਆਇਆ, ਆਪਣੇ ਪੁੱਤਰਾਂ ਧੀਆਂ ਨੂੰ ਮੈਂ ਵੇਖ ਲਾਂ। ਹੁਣ ਪੁੱਤਰਾਂ ਧੀਆਂ ਨੂੰ ਵੇਖਣ ਦੀ ਆਸ, ਅੱਗੋਂ ਫਿਰ ਬੁਢੇਪੇ ਵਿੱਚ ਪੋਤਰਿਆਂ ਪੋਤਰੀਆਂ ਨੂੰ ਵੇਖਣ ਦੀ ਆਸ ਬਣ ਜਾਂਦੀ, ਉਦੋਂ ਅਗਾਂ ਫਿਰ ਆਸ ਲਾ ਕੇ ਬੈਠਾ ਵੀ ਹੁਣ ਜਾਂਦਾ ਜਾਂਦਾ ਉਹਨਾਂ ਦਾ ਵਿਆਹ ਵੀ ਵੇਖਦਾ ਹੀ ਚੱਲਾਂ, ਆਸ ਫਿਰ ਲਾ ਕੇ ਬੈਠਾ ਵੀ ਸ਼ਾਇਦ ਉਹਨਾਂ ਦੇ ਘਰ ਦੇ ਵਿੱਚ ਵੀ ਬੱਚਿਆਂ ਦੀ ਕਿਲਕਾਰੀ ਸੁਣਦਾ ਹੀ ਜਾਵਾਂ। ਕਿੱਡੀ ਆਸ ਲਾ ਕੇ ਬੈਠਾ ਇੱਕ ਇਨਸਾਨ, ਕਿਉਂਕਿ ਰੱਜ ਨਾ ਕੋਈ ਜੀਵਿਆ। ਇਹ ਨਹੀਂ ਵੀ ਜੇ ਉਹਨੇ ਪੋਤਰੇ ਤੇ ਪੋਤਰੀਆਂ ਦਾ ਮੁਖ ਵੇਖ ਲਿਆ ਤੇ ਉਹ ਸੈਟੀਸਫਾਈ ਹੈ, ਉਹ ਅਜੇ ਵੀ ਸੰਤੁਸ਼ਟ ਨਹੀਂ ਹੋਇਆ, ਹੁਣ ਅੱਗੇ ਉਹਨਾਂ ਦੇ ਵਿਆਹ ਦੀ ਵੀ ਆਸ ਲਾ ਕੇ ਬੈਠਾ ਵੀ ਉਹ ਵੀ ਵੇਖਦਾ ਹੀ ਚੱਲਾਂ, ਕਿਤੇ ਜਾਂਦਾ ਜਾਂਦਾ ਉਹਨਾਂ ਦਾ ਵੀ ਵਿਆਹ ਵੇਖ ਲਾਂ। ਹੁਣ ਫੇਰ ਉਹ ਤੋਂ ਬਾਅਦ ਉਹਨਾਂ ਦਾ ਵੀ ਵਿਆਹ ਵੇਖ ਲਿਆ, ਫਿਰ ਇਹ ਆਸ ਲਾ ਕੇ ਬੈਠਾ ਵੀ ਹੁਣ ਚੌਥੀ ਪੀੜ੍ਹੀ ਵੀ ਵੇਖਦਾ ਹੀ ਚੱਲਾਂ ਵੀ ਕਿੱਦਾਂ ਦੀ ਸਾਡੇ ਘਰ ਦੀ ਚੌਥੀ ਪੀੜ੍ਹੀ। ਸੰਤੁਸ਼ਟ ਅਜੇ ਵੀ ਨਹੀਂ ਹੋਇਆ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਸੰਸਾਰ ਉੱਤੇ ਵੇਖਿਆ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਸੰਸਾਰ ਵਿੱਚ ਰਹਿਣ ਵਾਲਾ ਬੰਦਾ ਕੋਈ ਰੱਜ ਕੇ ਜਿਉਇਆ ਹੋਵੇ। ਕਿਸੇ ਨੇ ਆਪਣੀ ਜ਼ਿੰਦਗੀ ਜਿਉਣ ਦੀ ਜਿਹੜੀ ਲਾਲਸਾ ਨਾ ਉਹਨੂੰ ਸੰਤੁਸ਼ਟ ਨਹੀਂ ਕੀਤਾ। ਹਰ ਬੰਦਾ ਅਗਾਂਹ ਤੋਂ ਅਗਾਂਹ ਦੀ ਆਸ ਲਾ ਕੇ ਬੈਠਾ ਤੇ ਨਾਲ ਇਹ ਆਖਿਆ ਕਹਿੰਦੇ ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਏ। ਹੁਣ ਪਹੁੰਚ ਲਫ਼ਜ਼ ਇੱਥੇ ਵਰਤਿਆ ਗਿਆ ਕਿ ਦੁਨੀਆਵੀ ਜਿਹੜੇ ਕੰਮ ਨੇ ਉਹਨਾਂ ਨੂੰ ਵੀ ਕੋਈ ਨਹੀਂ ਮੁਕਾ ਸਕਿਆ। ਇੱਕ ਅਰਥ ਤੇ ਇਹ ਕਰ ਲਾਂਗੇ। ਦੂਸਰੇ ਅਰਥ ਜਦੋਂ ਇਸ ਪੰਕਤੀ ਦੇ ਕੀਤੇ ਗਏ ਤੇ ਉਹ ਇਸ ਤਰੀਕੇ ਨਾਲ ਵੀ ਕੀਤੇ ਗਏ ਵੀ ਅਜੇ ਤੱਕ
ਆ ਜਿਹੜਾ ਰਾਜਿਆ ਨਹੀਂ ਨਾ ਆਪਣੀ ਜ਼ਿੰਦਗੀ ਨੂੰ ਜਿਉਣ ਦੀ ਲਾਲਸਾ ਤੋਂ, ਆਪਣੀ ਜ਼ਿੰਦਗੀ ਤੋਂ ਅਜੇ ਤੱਕ ਸੰਤੁਸ਼ਟ ਨਹੀਂ ਹੋਇਆ, ਉਹ ਬੰਦਾ ਆਪਣੇ ਮਨੋਰਥ ਤੱਕ ਵੀ ਨਹੀਂ ਪਹੁੰਚਿਆ। ਮਨੋਰਥ ਤੱਕ ਉਹੀ ਪਹੁੰਚੇਗਾ ਜਿਹੜਾ ਸੰਤੁਸ਼ਟ ਹੈ। ਸੰਤੁਸ਼ਟ ਕਹਿ ਸਕਦੇ ਆ ਕਿ ਜੀਵਨ ਵਿੱਚ ਸੈਟੀਸਫੈਕਸ਼ਨ ਉਦੋਂ ਹੀ ਮਿਲਦੀ ਹੈ ਜਦੋਂ ਜੀਵ ਆਪਣੇ ਮਨੋਰਥ ਤੱਕ ਪਹੁੰਚ ਜਾਂਦਾ, ਤੇ ਜਿੰਨਾ ਚਿਰ ਮਨੋਰਥ ਤੱਕ ਨਹੀਂ ਪਹੁੰਚਦਾ ਉਹਨਾਂ ਚਿਰ ਸੰਤੁਸ਼ਟੀ ਨਹੀਂ ਹੈ। ਸੰਤੁਸ਼ਟ ਉਸ ਦਿਨ ਹੋਏਗਾ ਜਿੱਦਣ ਮਨੋਰਥ ਕੋਲੇ ਹੋਏਗਾ। ਜਿਵੇਂ ਪ੍ਰੀਖਿਆ ਵਿੱਚ ਬੈਠਾ ਬੱਚਾ ਆਪਣਾ ਐਗਜ਼ਾਮ ਦੇ ਰਿਹਾ, ਐਗਜ਼ਾਮ ਦਿੰਦੇ ਹੋਏ ਸਮਾਂ ਲੰਘਦਾ ਗਿਆ, ਉਹ ਐਗਜ਼ਾਮ ਕਰਦਾ ਗਿਆ, ਉਹਨੇ ਆਨਸਰਸ ਲਿਖੇ, ਉੱਤਰ ਦਿੱਤੇ ਉਹਨੇ, ਪਰ ਉਹ ਅਜੇ ਤੱਕ ਸੰਤੁਸ਼ਟ ਨਹੀਂ ਹੈ। ਕਾਰਨ ਉਹਨੂੰ ਇਹ ਲੱਗ ਰਿਹਾ ਕਿ ਮੇਰੇ ਦਿੱਤੇ ਉੱਤਰ ਅਜੇ ਉਹਨੇ ਕਾਬਲ ਨਹੀਂ ਜਿੰਨੇ ਕਾਬਲਤਾ ਦੇ ਨਾਲ ਮੈਨੂੰ ਉੱਤਰ ਦੇਣੇ ਚਾਹੀਦੇ ਨੇ। ਹੁਣ ਜੇ ਉਹੀ ਬੱਚਾ ਚੰਗੇ ਤਰੀਕੇ ਦੇ ਨਾਲ, ਕਾਬਲਤਾ ਦੇ ਨਾਲ ਉੱਤਰ ਦਿੰਦਾ ਤੇ ਉਹ ਪੇਪਰ ਦਾ ਇੱਕ ਇੱਕ ਉੱਤਰ ਵੇਖ ਕੇ ਸੰਤੁਸ਼ਟ ਹੁੰਦਾ ਵੀ ਜਿੱਦਾਂ ਦਾ ਸਵਾਲ ਮੇਰੇ ਟੀਚਰ ਨੇ, ਅਧਿਆਪਕ ਨੇ ਮੈਨੂੰ ਪੁੱਛਿਆ ਮੈਂ ਉਦਾਂ ਦਾ ਜਵਾਬ ਦੇ ਦਿੱਤਾ ਹੈ, ਉਹ ਸੰਤੁਸ਼ਟ ਸੀ, ਉਹ ਸੈਟੀਸਫਾਈ ਸੀ। ਸਮਾਂ ਮੁੱਕ ਜਾਂਦਾ, ਉਹਦਾ ਐਗਜ਼ਾਮ, ਉਹਦਾ ਪੇਪਰ ਪੂਰਾ ਹੋ ਜਾਂਦਾ, ਉਹ ਸੈਟੀਸਫਾਈ ਸੀ ਕਿ ਮੇਰਾ ਪੇਪਰ ਪੂਰਾ ਹੋ ਗਿਆ, ਮੈਂ ਸਵਾਲਾਂ ਦੇ ਜਵਾਬ ਵੀ ਉਸੇ ਢੰਗ ਨਾਲ ਦਿੱਤੇ ਨੇ ਜਿੱਦਾਂ ਮੇਰੇ ਅਧਿਆਪਕ ਨੇ ਮੈਨੂੰ ਪੁੱਛੇ ਨੇ, ਤੇ ਮੈਨੂੰ ਆਪਣੀ ਪ੍ਰੀਖਿਆ ਵਿੱਚੋਂ ਫੇਲ ਹੋਣ ਦਾ ਕੋਈ ਡਰ ਨਹੀਂ ਕਿਉਂਕਿ ਮੈਂ ਪਾਸ ਹੋ ਜਾਣਾ। ਮੈਂ ਸੰਤੁਸ਼ਟ ਹਾਂ ਆਪਣੇ ਪੇਪਰ ਤੋਂ, ਆਪਣੇ ਉਸ ਦਿੱਤੀ ਹੋਈ ਪ੍ਰੀਖਿਆ ਤੋਂ। ਉਹ ਬੜਾ ਪ੍ਰਸੰਨ ਹੋਵੇਗਾ। ਹੁਣ ਇੱਕ ਉਹ ਹੈ ਜਿਹੜਾ ਹੱਥ ਵਿੱਚ ਪੇਪਰ ਲੈ ਕੇ ਬੈਠਾ, ਆਨਸਰ ਸ਼ੀਟ ਲੈ ਕੇ ਬੈਠਾ, ਸ਼ੁਰੂ ਹੋਇਆ ਪੇਪਰ, ਉਹ ਉਦੋਂ ਵੀ ਖਾਲੀ ਲੈ ਕੇ ਬੈਠਾ, ਪੇਪਰ ਦਾ ਅੱਧਾ ਘੰਟਾ ਲੰਘ ਗਿਆ, ਅਜੇ ਵੀ ਖਾਲੀ ਲਈ ਬੈਠਾ, 2 ਘੰਟੇ ਗੁਜ਼ਰ ਗਏ, ਅਜੇ ਵੀ ਖਾਲੀ ਲਈ ਬੈਠਾ, ਤੀਜਾ ਘੰਟਾ, ਲਾਸਟ 10-15 ਮਿੰਟ ਬਾਕੀ ਬਚੇ, ਉਹ ਪੇਪਰ ਦੀ ਸ਼ੀਟ ਅਜੇ ਵੀ ਖਾਲੀ ਲੈ ਕੇ ਬੈਠਾ। ਹੁਣ ਅਧਿਆਪਕ ਆ ਕੇ ਜਦੋਂ ਫੜਨ ਲੱਗੇਗਾ ਉਹਦੇ ਕੋਲ ਸੈਟੀਸਫੈਕਸ਼ਨ ਨਹੀਂ ਹੈ, ਉਹ ਸੰਤੁਸ਼ਟ ਕਿੱਥੇ ਹੈ? ਉਹਨੂੰ ਪਤਾ ਵੀ ਇਹ ਤੇ ਕੋਈ ਉਮੀਦ ਹੀ ਨਹੀਂ ਮੇਰੇ ਪਾਸ ਹੋਣ ਦੀ। ਸਮਾਂ ਮੁੱਕਣ ਦਾ ਡਰ ਉਹਨਾਂ ਨੂੰ ਹੀ ਹੁੰਦਾ ਜਿਨ੍ਹਾਂ ਨੇ ਕੋਲ ਲਿਖਿਆ ਕੁਛ ਨਹੀਂ। ਜਿਨ੍ਹਾਂ ਨੇ ਲਿਖ ਲਿਆ, ਜਿਨ੍ਹਾਂ ਨੇ ਪੂਰਾ ਕਰ ਲਿਆ, ਉਹ ਤੇ ਸਮੇਂ ਤੋਂ ਪਹਿਲਾਂ ਵੀ ਜਾਣ ਨੂੰ ਤਿਆਰ ਨੇ। ਇਸੇ ਤਰ੍ਹਾਂ ਹੀ ਹੁੰਦਾ ਨਾ ਐਗਜ਼ਾਮ ਹਾਲ ਦੇ, ਜੇ ਆਪਾਂ ਸਿਚੁਏਸ਼ਨਸ ਉੱਥੋਂ ਦੇ ਹਾਲਾਤ ਵੇਖਾਂਗੇ, ਇੱਕ ਬੱਚਾ ਲੈ ਕੇ ਕੁਐਸਚਨ ਪੇਪਰ ਫਟਾਫਟ ਆਨਸਰ ਲਿਖੀ ਜਾਂਦਾ, ਉਹਨੇ ਅਧਿਆਪਕ ਨੇ ਦਿੱਤੇ 3 ਘੰਟੇ ਵੀ ਤੂੰ ਕਰ, ਤੈਨੂੰ ਪੇਪਰ ਸਾਰੇ ਦਾ ਸਾਰਾ ਆਉਂਦਾ, ਤੂੰ ਲਿਖ। ਉਹਨੇ ਲਿਖਿਆ ਆਰਾਮ ਦੇ ਨਾਲ, 2 ਘੰਟਿਆਂ 'ਚ ਪੇਪਰ ਕੀਤਾ, ਆਨਸਰ ਸ਼ੀਟ ਫੜਾਈ, ਉੱਠ ਕੇ ਚਲਾ ਗਿਆ, ਕੋਈ ਚਿੰਤਾ ਨਹੀਂ, ਕਿਉਂਕਿ ਪਤਾ ਵੀ ਮੈਂ ਜਿੰਨਾ ਕੁ ਲਿਖ ਸਕਦਾ ਸਾਂ ਲਿਖ ਲਿਆ, ਜਿੰਨਾ ਮੈਨੂੰ ਆਉਂਦਾ ਸੀ ਮੈਂ ਲਿਖ ਲਿਆ, ਮੈਂ ਆਨਸਰ ਛੱਡਿਆ ਹੀ ਕੋਈ ਨਹੀਂ। ਉਹ ਸੈਟੀਸਫਾਈ ਹੈ, ਉਹਨੇ 2 ਘੰਟਿਆਂ 'ਚ ਉੱਠਣਾ, ਉੱਠ ਕੇ ਪੇਪਰ ਫੜਾ ਕੇ ਬਾਹਰ ਆ ਜਾਣਾ। ਇੱਕ ਉਹ ਹੈ ਵੀ 3 ਘੰਟੇ ਵੀ ਲੰਘ ਗਏ, ਅਜੇ ਵੀ ਸੋਚਦਾ ਵੀ 10-15 ਮਿੰਟ ਮਿਲ ਹੀ ਜਾਣ, ਅਧਿਆਪਕ ਉਹਦੇ ਸਿਰ ਤੇ ਆ ਕੇ ਖੜੋਤਾ, ਉਹਦਾ ਪੇਪਰ ਖਿੱਚਦਾ, ਉਹ ਖਿੱਚਦੇ ਨੂੰ ਵੀ ਰੋਕੀ ਜਾਂਦਾ ਵੀ ਅਜੇ ਰੁਕ ਜਾਓ। ਉਹ ਸੰਤੁਸ਼ਟ ਨਹੀਂ ਹੈ। ਇਹੀ ਹਾਲਾਤ ਨਾ ਇੱਕ ਇਨਸਾਨ ਦੀ ਹੈ, ਮਨੁੱਖ ਦੀ ਹੈ। ਮੌਤ ਦਾ ਸਮਾਂ ਸਾਰਿਆਂ ਦਾ ਮੁਕਰਰ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਇੱਕ ਸ਼ਖਸ ਉਹ ਹੈ ਜਿਹਨੇ ਆਪਣਾ ਮੌਤ ਤੋਂ ਪਹਿਲਾਂ ਸਾਰਾ ਪ੍ਰਬੰਧ ਕਰ ਲਿਆ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਕੁਝ ਮਨੋਰਥ ਮੇਰਾ ਸੀ ਮੈਂ ਹਾਸਲ ਕਰ ਲਿਆ, ਹੁਣ ਜਦੋਂ ਮਰਜ਼ੀ ਆ ਜਾਏ ਮੌਤ, ਮੈਨੂੰ ਕੋਈ ਚਿੰਤਾ ਨਹੀਂ। ਇੱਕ ਬੰਦਾ ਉਹ ਹੈ ਵੀ ਮੌਤ ਸਿਰ ਤੇ ਆ ਕੇ ਖੜੋਤੀ, ਮੌਤ ਨੂੰ ਵੀ ਅਜੇ ਕਹੀ ਜਾਂਦਾ ਵੀ ਖੜੋ ਜਾ 2 ਘੜੀਆਂ, ਅਜੇ ਮੈਂ ਹੋਰ ਕਾਰਜ ਬੜੇ ਕਰਨ ਵਾਲੇ, ਮੈਂ ਅਜੇ ਬੜੇ ਕੰਮ ਸਵਾਰਨੇ, ਉਹ ਮੌਤ ਨੂੰ ਵੀ ਰੋਕਣਾ ਚਾਹੁੰਦਾ ਹੈ ਕਿਉਂਕਿ ਉਹਦੇ ਕੋਲ ਜੋ ਉਹਨੇ ਕਰਨਾ ਸੀ ਨਾ ਉਹਨੇ ਉਹ ਕੀਤਾ ਨਹੀਂ। ਜਿਹਨੂੰ ਭਾਈ ਗੁਰਦਾਸ ਜੀ ਨੇ ਨਾ ਇੱਕ ਜ਼ਿਕਰ ਕੀਤਾ ਸੀ ਆਪਣੀਆਂ ਰਚਨਾਵਾਂ ਦੇ ਵਿੱਚ ਕਿ ਇਹ ਇਨਸਾਨ ਦੀ ਨਾ ਹਾਲਾਤ ਐਸੇ ਬਣ ਗਈ ਕਿ ਇਹਨੇ ਨਾ ਸਾਰੇ ਦਾ ਸਾਰਾ ਜੀਵਨ ਜਿਹੜਾ ਨਾ ਸੁਪਨੰਤਰ ਦਿਸੰਤਰ ਬਿਹਾਏ ਗਈ। ਇਹਨੇ ਆਪਣੀ ਸਾਰੀ ਜ਼ਿੰਦਗੀ ਸੁਪਨੇ ਦੇ ਵਿੱਚ ਹੀ ਲੰਘਾਤੀ, ਸੁਪਨੇ ਵੇਖਦੇ ਹੀ ਲੰਘਾ ਦਿੱਤੀ ਸਾਰੀ ਦੀ ਸਾਰੀ ਜ਼ਿੰਦਗੀ। ਪਹੁੰਚ ਨਾ ਸਕਿਓ ਤਹਾਂ, ਉੱਥੇ ਇਹ ਪਹੁੰਚ ਹੀ ਨਹੀਂ ਸਕਿਆ ਜਹਾਂ ਮੋਹੇ ਜਾਨੋ ਹੈ, ਜਿੱਥੇ ਇਹਨੇ ਜਾਣਾ ਸੀ ਨਾ ਉਹ ਉਸ ਮੰਜ਼ਲ ਦੇ ਉੱਤੇ, ਉਸ ਮਨੋਰਥ ਦੇ ਉੱਤੇ ਇਹਦੀ ਪਹੁੰਚ ਨਹੀਂ ਬਣ ਸਕੀ। ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਏ। ਜ਼ਿੰਦਗੀ ਦੀ ਲਾਲਸਾ ਕਿਹਦੀ ਮੁੱਕੀ ਅੱਜ ਤੱਕ?
17 ਸਾਲਾਂ ਦੇ ਬੰਦੇ ਨੂੰ ਵੀ ਪੁੱਛ ਲਓ, ਤੂੰ ਮਰਨਾ ਚਾਹੁੰਦਾ? ਵੀ ਤੈਨੂੰ ਜੇ ਹੁਣ ਮੌਤ ਆ ਜਾਏ ਤੇ ਤੂੰ ਪ੍ਰਸੰਨ ਹੋਏਗਾ? ਉਹ 17 ਸਾਲਾਂ ਦਾ ਵੀ ਕਹੇਗਾ ਵੀ ਨਹੀਂ, ਅਜੇ ਤੇ ਜ਼ਿੰਦਗੀ ਬਾਕੀ ਹੈ। ਹੁਣ ਉਹ 17 ਸਾਲਾਂ ਦੀ ਜ਼ਿੰਦਗੀ ਉਹਨੇ ਲੰਘਾ ਲਈ, ਉਹ 70 ਸਾਲਾਂ ਦਾ ਬਜ਼ੁਰਗ ਹੋ ਗਿਆ। ਸਾਰੇ ਆਸ-ਪਾਸ ਵੀ ਵੇਖਦੇ ਵੀ ਸਾਡੇ ਪਿੰਡ 'ਚ, ਸਾਡੇ ਮੁਹੱਲੇ 'ਚ ਆ ਸਭ ਤੋਂ ਵੱਡਾ, ਇਹਦੀ ਉਮਰ ਸਭ ਤੋਂ ਵੱਡੀ ਹੈ। ਤੇ ਪਰ ਉਹਨੂੰ ਪੁੱਛ ਕੇ ਵੇਖੋ ਵੀ ਤੇਰੀ ਉਮਰ ਇੰਨੀ ਹੋ ਚੁੱਕੀ ਵੀ ਜੇ ਹੁਣ ਤੈਨੂੰ ਰੱਬ ਸੱਦਾ ਦੇ ਲਵੇ, ਉਹ ਕਹਿੰਦਾ ਵੀ ਨਹੀਂ, ਅਜੇ ਕਿੱਥੇ, ਅਜੇ ਤੇ ਮੈਂ ਹੋਰ ਦੁਨੀਆ ਵੇਖਣੀ ਚਾਹੁੰਦਾ। ਇਹਨੂੰ ਨਾ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਸੀ, ਅਸਲ ਦੇ ਵਿੱਚ ਲਾਲਸਾ ਜਿਹੜੀ ਨਾ ਉਹ ਸਾਰੇ ਸਰੀਰ ਦੀ ਹੈ, ਬਾਡੀ ਦੀ ਹੈ। ਅੱਖਾਂ ਵੀ ਨਹੀਂ ਰੱਜਦੀਆਂ, ਕੰਨ ਵੀ ਨਹੀਂ ਰੱਜਦੇ, ਜ਼ੁਬਾਨ ਨਹੀਂ ਰੱਜਦੀ, ਕੋਈ ਸਰੀਰਕ ਅੰਗ ਨਹੀਂ ਹੈ ਜਿਹੜਾ ਰੱਜਦਾ ਹੋਵੇ। ਕੰਨ ਸੁਣ ਸੁਣ ਕੇ ਨਹੀਂ ਰੱਜੇ, ਇਹਨਾਂ ਨੂੰ ਅਜੇ ਵੀ ਲਾਲਸਾ ਵੀ ਅਸੀਂ ਹੋਰ ਸੁਣੀਏ। ਅੱਖਾਂ ਵੇਖ ਵੇਖ ਕੇ ਨਹੀਂ ਰੱਜੀਆਂ, ਇਹਨਾਂ ਨੂੰ ਹੋਰ ਲਾਲਸਾ ਵੀ ਅਸੀਂ ਅਜੇ ਹੋਰ ਵੇਖਣਾ। ਜ਼ੁਬਾਨ ਨੂੰ ਅਜੇ ਲਾਲਸਾ ਵੀ ਅਜੇ ਤੇ ਮੈਂ ਆਪਣੀ ਰਸਨਾ ਦੇ ਨਾਲ ਬਹੁਤੇ ਰਸ ਵੀ ਚੱਖ ਕੇ ਨਹੀਂ ਵੇਖੇ, ਅਜੇ ਵੀ ਲਾਲਸਾ ਵੀ ਮੈਂ ਤੇ ਅਜੇ ਲੋਕਾਂ ਦੀ ਉਸਤਤ ਨਿੰਦਿਆ ਹੋਰ ਕਰਨੀ ਹੈ। ਉਹ ਕਰਦਾ ਇਨਸਾਨ ਦੀ ਹਾਲਾਤ ਹੀ ਐਸੇ ਨੇ ਕਿ ਜੇ ਜੀਵਨ ਦੇ ਇਹਦੇ ਮਨੋਰਥ ਦੀ ਗੱਲ ਕਰਾਂਗੇ ਨਾ ਤੇ ਇਹਦੇ ਕੋਲ ਅਜੇ ਤੱਕ ਰੱਜ ਨਹੀਂ ਹੈ ਤੇ ਨਾ ਹੀ ਇਹ ਪਹੁੰਚ ਸਕਿਆ। ਇੱਕ ਨਾ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਬਚਨ ਹੈ, ਗੱਲ ਉਮਰ ਲਮੇਰੀ ਦੀ ਜਾਂ ਛੋਟੀ ਦੀ ਨਹੀਂ ਹੁੰਦੀ। ਗੱਲ ਹੈ ਕਿ ਅਸੀਂ ਨਿੱਕੀ ਉਮਰ ਵਿੱਚ ਮਨੋਰਥ ਹਾਸਲ ਕਰ ਰਹੇ ਹਾਂ ਕਿ ਬਜ਼ੁਰਗੀ ਤੱਕ ਵੀ ਅਸੀਂ ਸੱਖਣੇ ਤੁਰੇ ਫਿਰਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਬਚਨ ਆਪ ਜੀ ਦੀਆਂ ਰਸਨਾਵਾਂ ਤੇ ਰਹਿੰਦਾ, ਜਿੱਥੇ ਮਾਲਕ ਆਖਦੇ ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾ ਵਿਆਪੈ ਜਾਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰ ਜਾਰੀ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਗੋ ਹਾਰੀ। ਹੁਣ ਜੀਵਨ ਬੜਾ ਲੰਮੇਰਾ, ਪਰ ਅਫਸੋਸ ਬਿਨ ਸਿਮਰਨ ਜੋ ਜੀਵਨ ਬਲਣਾ, ਉਹ ਕਿੱਦਾਂ ਦਾ? ਸਰਪ ਜੈਸੇ ਅਰ ਜਾਰੀ। ਜਿਵੇਂ ਸੱਪ ਸਾਰੀ ਜ਼ਿੰਦਗੀ ਵਿਸ਼ ਘੋਲੀ ਜਾਂਦਾ ਨਾ, ਉਹਦੀ 100 ਸਾਲ ਦੀ ਉਮਰ, ਉਹਨੇ 100 ਸਾਲਾਂ ਦੀ ਉਮਰ 'ਚ ਕਿਹੜਾ ਉਹਨੇ ਕਿਸੇ ਦਾ ਕੁਝ ਸਵਾਰ ਦੇਣਾ। ਉਹ 100 ਸਾਲ ਦੀ ਉਮਰ ਵਿੱਚ ਵੀ ਤੇ ਉਹਨੇ ਜ਼ਹਿਰ ਹੀ ਘੋਲਣੀ ਨਾ ਸਾਰੀ ਦੀ ਸਾਰੀ। ਉਹ ਵਿਲਕਦਾ ਫਿਰੇਗਾ, ਜ਼ਹਿਰ ਘੋਲਦਾ, ਵਿਸ਼ ਘੋਲਦਾ ਫਿਰੇਗਾ, ਤੜਫਦਾ ਫਿਰੇਗਾ, ਆਪ ਵੀ ਤੜਫੇਗਾ, ਜੇ ਕਿਸੇ ਨੂੰ ਡੰਗ ਮਾਰੇਗਾ ਉਹਨੂੰ ਵੀ ਤੜਫਾਏਗਾ। ਹੁਣ ਇਹ ਤੇ ਹੈ ਨਹੀਂ ਵੀ ਜੇ ਸਪੋਲੀ ਹੈ, ਉਹ ਕੋਈ 2 ਸਾਲਾਂ ਦੀ ਉਮਰ ਦਾ ਮਾਲਕ ਹੈ, ਉਹ 2 ਸਾਲਾਂ ਦੀ ਉਮਰ ਵਾਲਾ ਕਹਿੰਦਾ ਵੀ ਮੈਂ ਅਜੇ ਬਹੁਤੀ ਵਿਸ਼ ਨਹੀਂ ਘੋਲਦਾ, ਜਾਂ ਇਉਂ ਕਹਿ ਲਈਏ ਵੀ 2 ਸਾਲਾਂ ਵਾਲਾ ਕਹਿੰਦਾ ਮੈਂ ਬੜੀ ਰੱਜ ਕੇ ਵਿਸ਼ ਘੋਲ ਲਈ, ਹੁਣ ਮੇਰੀ ਉਮਰ 10 ਸਾਲਾਂ ਦੀ ਹੋ ਚੁੱਕੀ ਹੈ, ਹੁਣ ਮੈਂ ਵਿਸ਼ ਘੋਲਣੀ ਘੱਟ ਕਰ ਦੇਣੀ ਹੈ, ਮੈਂ ਹੁਣ ਜ਼ਹਿਰ ਨਹੀਂ ਘੋਲਾਂਗਾ। ਉਹ ਅਜੇ ਵੀ ਘੋਲੀ ਜਾਂਦਾ, 100 ਸਾਲ ਦੀ ਉਮਰ ਲੰਘ ਜੇਗੀ, ਉਹਨੇ ਅਜੇ ਵੀ ਵਿਸ਼ ਘੋਲੀ ਜਾਣੀ। ਨਵ ਖੰਡਨ ਕੋ ਰਾਜ ਕਮਾਵੇ, ਇਨਸਾਨ ਭਾਵੇਂ ਸਾਰੇ ਦੇ ਸਾਰੇ ਰਾਜ ਨੂੰ ਕਮਾ ਲਏ, ਸਾਰੀ ਦੁਨੀਆ ਦਾ ਰਾਜ ਇਹਦੇ ਹੱਥ 'ਚ ਆ ਜਾਏ, ਅੰਤ ਚੱਲੇ ਕੋ ਹਾਰੀ, ਅਖੀਰ ਤੇ ਹਾਰ ਕੇ ਹੀ ਜਾਏਗਾ ਨਾ, ਕਿਉਂਕਿ ਰੱਜਿਆ ਹੀ ਨਹੀਂ ਅਜੇ ਤੱਕ। ਜਾਂ ਤੇ ਇਹ ਮੰਨ ਲਈਏ ਵੀ ਇਹਨੇ ਦੁਨੀਆ ਦਾ ਰਾਜ ਹਾਸਲ ਕੀਤਾ, ਰਾਜ ਹਾਸਲ ਕਰਕੇ ਰੱਜ ਗਿਆ ਤੇ ਇਹ ਜਿੱਤ ਕੇ ਚੱਲਿਆ। ਪਰ ਅਫਸੋਸ ਤੇ ਇਸ ਗੱਲ ਦਾ ਕਿ ਦੁਨੀਆ ਦਾ ਰਾਜ ਹਾਸਲ ਕਰਨ ਤੋਂ ਬਾਅਦ ਵਿੱਚ ਵੀ ਅਜੇ ਤੱਕ ਇਹ ਰੱਜਿਆ ਨਹੀਂ ਹੈ, ਅਜੇ ਵੀ ਦੁਖੀ ਤੁਰਿਆ ਫਿਰਦਾ, ਅਜੇ ਵੀ ਇਹ ਸਦਮੇ ਵਿੱਚ ਹੈ, ਅਜੇ ਵੀ ਸ਼ੋਕ ਵਿੱਚ ਹੈ, ਅਜੇ ਵੀ ਲਾਲਸਾ ਰੱਖ ਕੇ ਬੈਠਾ। ਤੇ ਜਿਸ ਮਨੋਰਥ ਉੱਤੇ ਪਹੁੰਚਣਾ ਸੀ ਉਸ ਮਨੋਰਥ ਤੇ ਪਹੁੰਚਿਆ ਕੋਈ ਨਹੀਂ। ਤੇ ਦੂਜਾ, ਅੱਜ ਤੱਕ ਸੰਸਾਰ ਤੋਂ ਜਾਣ ਵਾਲਾ ਬੰਦਾ ਕੀ ਆਪਣੇ ਸਾਰੇ ਕਾਰਜ ਆਪ ਸਮੇਟ ਕੇ ਗਿਆ? ਦੁਨੀਆ ਤੇ ਰਹਿਣ ਵਾਲਾ ਮਨੁੱਖ ਕੋਈ ਐਸਾ ਸ਼ਖਸ ਹੋਵੇ ਜਿਹਦੇ ਵੱਲ ਆਪਾਂ ਇਸ਼ਾਰਾ ਕਰਕੇ ਕਹਿ ਸਕਦੇ ਹੋਈਏ ਜੀ ਇਹਨੇ ਪਸਾਰੇ ਤੇ ਬਹੁਤ ਸਨ,
ਪਰ ਜਿੱਦਣ ਇਹ ਦੁਨੀਆ ਤੋਂ ਗਿਆ ਨਾ ਉਦਣ ਸਾਰੇ ਪਸਾਰੇ ਸਮੇਟ ਕੇ ਗਿਆ। ਕੋਈ ਐਸਾ ਨਹੀਂ ਹੈ। ਹੁਣ ਪਸਾਰੇ ਪਸਾਰਨ ਲੱਗਿਆਂ ਸੋਚਿਆ ਨਹੀਂ ਕਿ ਉਮਰ ਕਿੰਨੀ ਹੈ ਜਾਂ ਕਿੰਨੀ ਨਹੀਂ। ਉਹ ਪਸਾਰਦਾ ਰਿਹਾ ਲੰਮੀ ਉਮਰ ਦੀ ਆਸ ਲਾ ਕੇ, ਵੱਡੀ ਉਮਰ ਦੀ ਆਸ ਲਾ ਕੇ। ਹੁਣ ਉਹ ਜਿੰਨੇ ਪਸਾਰੇ ਪਸਾਰੇ ਸਾਰੇ ਦੇ ਸਾਰੇ, ਮੌਤ ਨੇ ਆਉਣ ਲੱਗਿਆਂ ਪੁੱਛਿਆ ਵੀ ਨਹੀਂ ਵੀ ਮੈਂ ਆਵਾਂ ਕਿ ਨਾ ਆਵਾਂ, ਤੂੰ ਆਪਣੇ ਕੰਮ ਸਮੇਟ ਲਏ ਕਿ ਨਹੀਂ ਸਮੇਟ ਲਏ। ਉਹਨੇ ਆ ਕੇ ਘੇਰ ਲਿਆ। ਹੁਣ ਇਹਦੇ ਕੋਲੋਂ ਕਾਰਜੀ ਸਮੇਟੇ ਨਹੀਂ, ਉਹ ਪਸਰੇ ਹੋਏ ਪਸਾਰੇ, ਖਿਲਾਰੇ ਹੋਏ ਸਾਰੇ ਦੇ ਸਾਰੇ ਪਸਾਰੇ। ਹੁਣ ਇਹ ਬਿਨਾਂ ਸਮੇਟੇ ਚੱਲਿਆ। ਉਦੋਂ ਬਾਅਦ ਚੋਂ ਸਾਰੀਆਂ ਜ਼ਿੰਮੇਵਾਰੀਆਂ ਪਰਿਵਾਰ ਨੂੰ ਨਿਭਾਉਣੀਆਂ ਪੈ ਰਹੀਆਂ। ਚੱਲਿਆ ਸਮੇਟ ਕੇ ਕੋਈ ਇਨਸਾਨ ਆਪਣੇ ਪਸਾਰਿਆਂ ਨੂੰ ਆਪ। ਤੇ ਆਪਾਂ ਸਮਝ ਸਕਦੇ ਹਾਂ। ਤਾਂ ਕਰਕੇ ਤੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਆਖਣਾ ਪਿਆ ਸੀ ਨਾ, ਜਿੰਨੀ ਚੱਲਣ ਜਾਣਿਆ ਸਿੱਖਿਓ ਕਰੈ ਵਿਥਾਰ। ਭਾਈ ਜਿਹੜੇ ਚੱਲਣ ਨੂੰ ਸਮਝ ਲੈਂਦੇ ਨੇ ਉਹ ਬਹੁਤਾ ਪਸਾਰਾ ਨਹੀਂ ਪਸਾਰਦੇ, ਉਹ ਬਹੁਤਾ ਖਲਾਰਾ ਪਾ ਕੇ ਨਹੀਂ ਬਹਿੰਦੇ। ਪਰ ਬਾਤ ਹੈ ਜਿਨ੍ਹਾਂ ਨੇ ਚੱਲਣ ਜਾਣ ਲਿਆ, ਜਿਨ੍ਹਾਂ ਨੇ ਸਮਝਿਆ ਵੀ ਅਸੀਂ ਜਾਣਾ ਹੈ, ਤੇ ਜਿਨ੍ਹਾਂ ਨੇ ਨਹੀਂ ਸਮਝਿਆ ਉਹ ਸਾਰਾ ਕੁਝ ਹੀ ਖਿਲਾਰ ਕੇ ਬਹਿ ਜਾਂਦੇ। ਇਹ ਗੱਲ ਤੇ ਮੰਨਣੀ ਪਏਗੀ ਕਿ ਅਸੀਂ ਸਿਰਫ ਇੱਥੇ ਸੰਸਾਰ ਦੇ ਉੱਤੇ ਇੱਕ ਦਮ ਦੇ ਪ੍ਰਾਹੁਣੇ ਆ। ਮੈਂ ਰਾਤ ਲਫ਼ਜ਼ ਵੀ ਨਹੀਂ ਵਰਤਾਂਗਾ, ਇੱਕ ਦਮ ਦੇ ਪ੍ਰਾਹੁਣੇ ਆ, ਕਿਉਂਕਿ ਪਤਾ ਤੇ ਸਾਡਾ ਇੱਕ ਦਮ ਦਾ ਵੀ ਨਹੀਂ ਹੈ। ਤੇ ਇੱਕ ਦਮ ਦਾ ਪ੍ਰਾਹੁਣਾ ਬੰਦਾ ਜਿਹੜਾ ਹੈ ਉਹ ਆਪਣਾ ਪਸਾਰਾ ਕਿੰਨਾ ਕੁ ਪਸਾਰ ਕੇ ਬਹਿ ਜਾਏਗਾ। ਪ੍ਰਾਹੁਣਾ ਤੇ ਸਿਆਣਾ ਤਾਂ ਹੀ ਆਖਾਂਗੇ ਨਾ ਵੀ ਉਹਦੇ ਕੋਲ ਇੱਕ ਦਮ ਸੀ ਤੇ ਭਾਈ ਉਹਨੇ ਪਸਾਰਾ ਵੀ ਉਹਨਾਂ ਕੀ ਪਸਾਰਿਆ ਜਿੰਨਾ ਕੁ ਉਹ ਇੱਕ ਦਮ ਵਿੱਚ ਸਮੇਟ ਸਕਦਾ ਹੋਵੇ। ਤੇ ਇੱਕ ਦਮ ਵਿੱਚ ਨਾ ਸਮੇਟਣ ਵਾਲੇ ਨੂੰ ਜਿੰਨੇ ਇੰਨਾ ਹੀ ਪਸਾਰਾ ਪਸਾਰ ਲਿਆ ਵੀ ਇੱਕ ਦਮ ਤੇ ਛੱਡੋ, ਜੇ ਸਾਰੇ ਸਮਾਂ ਜਾਂ ਇੱਕ ਦਿਨ ਵੀ ਪੂਰਾ ਲਾ ਲਏ ਤੇ ਉਹਦੇ ਕੋਲੋਂ ਪਸਾਰਾ ਸਮੇਟਿਆ ਨਹੀਂ ਜਾਣਾ, ਤੇ ਆਪਾਂ ਉਹਨੂੰ ਕਿੰਨਾ ਕੁ ਸਿਆਣਾ ਕਹਿ ਦਾਂਗੇ। ਜਿਹਨੂੰ ਸੌਖੇ ਜਿਹੇ ਲਫ਼ਜ਼ਾਂ 'ਚ ਜੇ ਆਪਾਂ ਸਮਝਣਾ ਹੋਵੇ, ਇੱਕ ਏਅਰਪੋਰਟ ਤੇ ਬੈਠਾ ਇਨਸਾਨ ਜਾਂ ਰੇਲਵੇ ਸਟੇਸ਼ਨ ਤੇ ਬੈਠਾ ਹੋਇਆ ਇਨਸਾਨ, ਫਲਾਈਟ ਦੀ ਟ੍ਰੇਨ ਦੀ ਉਡੀਕ ਵਿੱਚ ਬੈਠਾ, ਤੇ ਉਹ ਟ੍ਰੇਨ ਦੀ ਉਡੀਕ ਵਿੱਚ ਬੈਠਾ ਹੋਇਆ ਸ਼ਖਸ ਆਪਣੇ ਕੋਲੇ ਫੜਿਆ ਅਟੈਚੀ ਸਟੇਸ਼ਨ ਤੇ ਖਿਲਾਰ ਕੇ ਬਹਿ ਜੇ, ਅਸੀਂ ਕਿੰਨਾ ਕੁ ਸਿਆਣਾ ਕਵਾਂਗੇ। ਜੇ ਸਟੇਸ਼ਨ ਤੇ ਕਿਸੇ ਵਸਤੂ ਦੀ ਲੋੜ ਪੈ ਜਾਂਦੀ ਹੈ ਤੇ ਬੰਦਾ ਖਲਾਰਾ ਨਹੀਂ ਪਾਉਂਦਾ, ਬੈਗ ਦੀ ਅਟੈਚੀ ਦੀ ਜਿਪ ਖੋਲ ਕੇ ਜਾਂ ਲੌਕ ਖੋਲ ਕੇ ਉਹਦੇ ਚੋਂ ਉਹ ਵਸਤੂ ਕੱਢ ਲੈਂਦਾ ਜਿਹਦੀ ਉਹਨੂੰ ਲੋੜ ਹੈ, ਬਾਕੀ ਉਸੇ ਤਰ੍ਹਾਂ ਹੀ ਪੈਕ ਰਹਿਣ ਦਿੰਦਾ, ਉਹਨੂੰ ਖਲਾਰਦਾ ਨਹੀਂ। ਤੇ ਸਾਡੀ ਹਾਲਤ, ਅਸੀਂ ਸਾਰਾ ਕੁਝ ਹੀ ਖਿਲਾਰ ਕੇ ਬਹਿ ਗਏ। ਬੈਠੇ ਤੇ ਦੁਨੀਆ ਦੇ ਇੱਕ ਝੂਠੇ ਮੁਕਾਮ ਤੇ ਹੀ ਆ ਨਾ, ਇੱਕ ਮੁਸਾਫਰਖਾਨੇ 'ਚ ਬੈਠੇ ਆ। ਹੁਣ ਇਸ ਮੁਸਾਫਰਖਾਨੇ 'ਚ ਬੈਠੇ ਹੋਏ ਅਸੀਂ ਕਿੰਨਾ ਕੁ ਸਵਾਰ ਕੇ ਚੱਲੇ ਆ, ਕਿੰਨਾ ਕੁ ਖਿਲਾਰ ਕੇ ਚੱਲੇ ਆ, ਇਹ ਅੰਦਾਜ਼ਾ ਲਾ ਕੇ ਜੇ ਆਪਾਂ ਵੇਖੀਏ ਤੇ ਫਿਰ ਸਮਝ ਆਏਗੀ ਵੀ ਸਮੇਟਿਆ ਅਸੀਂ ਕੁਛ ਨਹੀਂ, ਅਸੀਂ ਸਿਰਫ ਖਿਲਾਰਾ ਹੀ ਖਿਲਾਰਿਆ। ਤੇ ਜਿੱਦਣ ਟ੍ਰੇਨ ਆ ਗਈ, ਹੁਣ ਉਹਨੇ ਇਹ ਥੋੜੀ, ਗਾਰਡ ਨੇ ਸੋਚਣਾ ਜਾਂ ਟ੍ਰੇਨ ਡਰਾਈਵਰ ਇਹ ਥੋੜੀ ਆਖੇਗਾ ਭਾਈ ਆਹ ਬੰਦੇ ਨੇ ਵੀ ਜਾਣਾ, ਇਹਨੂੰ ਖਲਾਰਾ ਸਮੇਟ ਲੈਣ ਦਿਓ ਫਿਰ ਟ੍ਰੇਨ ਤੋਰਾਂਗੇ। ਉਹਨਾਂ ਨੇ ਤੇ ਸਿਰਫ ਟਾਈਮ ਵੇਖਣਾ। ਜਦੋਂ ਉੱਥੋਂ ਤੁਰਨ ਦਾ ਸਮਾਂ ਹੋ ਗਿਆ ਉਹਨਾਂ ਤੋਰ ਲੈਣੀ। ਕੋਈ ਚੜੇ ਭਾਵੇਂ ਨਾ ਚੜੇ, ਬਸ ਉਹ ਇੰਨਾ ਹੈ ਕਿ ਤੁਰਨ ਤੋਂ ਪਹਿਲਾਂ ਇੱਕ ਅਲਾਰਮ ਦੇ ਕੇ ਅਲਰਟ ਕਰ ਦਿੰਦੇ ਵੀ ਸੱਜਣਾ ਚੱਲੀ ਜੇ ਟ੍ਰੇਨ, ਜੇ ਚੜ ਸਕਦੇ ਹੋ ਤੇ ਚੜ ਜਾਓ। ਅਲਰਟ ਕਰਤਾ। ਹੁਣ ਜਿਹੜਾ ਚੜ ਗਿਆ ਉਹ ਤੇ ਮੰਜ਼ਲ ਤੇ ਜਾਏਗਾ ਪਹੁੰਚ, ਤੇ ਜਿਹੜਾ ਖਲਾਰਾ ਹੀ ਸਮੇਟਣ ਤੱਕ ਰਹਿ ਗਿਆ ਉਹਦੀ ਟ੍ਰੇਨ ਵੀ ਇੱਥੋਂ ਲੰਘ ਜਾਣੀ। ਮਨੁੱਖ ਦੀ ਹਾਲਤ ਸੱਚਮੁੱਚ ਇਦਾਂ ਦੀ ਹੈ। ਮੌਤ ਜਦੋਂ ਆਉਂਦੀ ਨਾ, ਉਹਨੇ ਆਉਣ ਤੋਂ ਪਹਿਲਾਂ ਅਲਾਰਮ ਵੀ ਦਿੱਤਾ ਇਹਨੂੰ ਵੀ ਆ ਲੈ ਹੁਣ ਤੇਰੇ ਨੇੜੇ ਮੈਂ ਆ ਗਈ ਆ ਤੇ ਤੂੰ ਆਪਣਾ ਆਪਾ ਸਮੇਟ ਸਕਦਾ, ਸਮੇਟ ਲਾ। ਇਹ ਕਹਿੰਦਾ ਵੀ ਅਜੇ ਕਿੱਥੇ, ਅਜੇ ਵੀ ਗਾਫਲਤਾ 'ਚ ਬੈਠਾ।
ਟ੍ਰੇਨ ਨੇ ਜਿਵੇਂ ਤੁਰਨ ਲੱਗਿਆਂ ਪਹਿਲਾਂ ਅਲਾਰਮ ਦਿੱਤਾ ਨਾ, ਮੌਤ ਨੇ ਆਉਣ ਲੱਗਿਆਂ ਅਲਾਰਮ ਦਿੱਤਾ, ਇਹਦੇ ਕੇਸ ਚਿੱਟੇ ਹੋਣੇ ਸ਼ੁਰੂ ਹੋ ਗਏ। ਕਹਿੰਦਾ ਅਜੇ ਤੇ ਮੈਂ ਜਵਾਨ ਹੀ ਤੁਰਿਆ ਫਿਰਦਾ, ਇਹਨੇ ਕੇਸ ਕਾਲੇ ਕਰ ਲਏ, ਸ਼ਾਇਦ ਟ੍ਰੇਨ ਅਜੇ ਰੁਕ ਜੇ। ਪਰ ਉਹ ਤੇ ਸਮਾਂ ਵੇਖਦੀ ਹੈ, ਉਹਨੇ ਤੇਰੀ ਸੂਰਤ ਜਾਂ ਸ਼ਕਲ ਨਹੀਂ ਵੇਖਣੀ ਵੀ ਤੂੰ ਕੇਸ ਕਾਲੇ ਕਰਕੇ ਤੁਰਿਆ ਫਿਰੇ ਤੇ ਰੱਬ ਦੀਆਂ ਨਜ਼ਰਾਂ 'ਚ, ਰੱਬ ਦੀਆਂ ਅੱਖਾਂ 'ਚ ਘੱਟਾ ਪਾ ਦੇਂਗਾ। ਇਹ ਤੇਰੀ ਮੂਰਖਤਾਈ ਹੈ। ਰੱਬ ਦੀਆਂ ਅੱਖਾਂ 'ਚ ਘੱਟਾ ਨਹੀਂ ਪੈਣਾ। ਉਹ ਕੱਲੇ ਕੱਲੇ ਸਮੇਂ ਦਾ ਹਿਸਾਬ ਰੱਖਦਾ, ਪਲ ਦਾ ਹਿਸਾਬ ਰੱਖਦਾ। ਤੇ ਜਦੋਂ ਸਮਾਂ ਬਣ ਗਿਆ ਉਹਨੇ ਤੁਰ ਪੈਣਾ, ਉਹਨੇ ਤੈਨੂੰ ਲੈ ਜਾਣਾ। ਹੁਣ ਤੇਰਾ ਸਮਾਨ ਸਿਮਟੇ ਭਾਵੇਂ ਨਾ ਸਿਮਟੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਅੱਜ ਆਖਰੇ ਕਹਿੰਦੇ ਸੰਸਾਰ ਉੱਤੇ ਰਹਿੰਦਾ ਹੋਇਆ ਜੀਵ ਜਿਹੜਾ ਰਹਿ ਰਿਹਾ ਨਾ, ਇਹਨਾਂ ਵਿੱਚੋਂ ਇੱਕ ਵੀ ਐਸਾ ਨਹੀਂ ਜਿਹੜਾ ਰੱਜ ਕੇ ਜਿਉਇਆ ਹੋਵੇ, ਮਤਲਬ ਸੈਟੀਸਫਾਈ ਹੋਵੇ ਆਪਣੀ ਜ਼ਿੰਦਗੀ ਤੋਂ। ਤੇ ਦੂਜਾ, ਉਹਨੇ ਆਪਣੇ ਸਾਰੇ ਕਾਰਜ ਆਪ ਸਮੇਟੇ ਹੋਣ ਜਾਂ ਆਪਣੇ ਮਨੋਰਥ ਤੱਕ ਪਹੁੰਚਿਆ ਹੋਵੇ। ਐਸਾ ਬਹੁਤ ਘੱਟ ਗਿਣਤੀ ਦੇ ਮਾਲਕ ਨੇ ਜਿਹੜੇ ਆਪ ਆਪਣੇ ਮਨੋਰਥ ਤੇ ਪਹੁੰਚ ਗਏ ਤੇ ਆਪਣੇ ਪਸਾਰਿਆਂ ਨੂੰ ਸਮੇਟ ਲੈਂਦੇ ਨੇ, ਤੇ ਜਿਹੜੇ ਬਿਲਕੁਲ ਸੰਤੁਸ਼ਟ ਹੋ ਜਾਂਦੇ ਨੇ ਆਪਣੀ ਜ਼ਿੰਦਗੀ ਤੋਂ। ਜਿਹੜੇ ਸੰਤੁਸ਼ਟ ਹੋ ਜਾਂਦੇ ਨੇ ਆਪਣੀ ਜ਼ਿੰਦਗੀ ਤੋਂ, ਉਹ ਅਕਾਲ ਪੁਰਖ ਪਰਮੇਸ਼ਵਰ ਨਾਲ ਕੋਈ ਸ਼ਿਕਵਾ ਕੋਈ ਗਿਲਾ ਨਹੀਂ ਕਰਦੇ। ਉਹ ਤੇ ਇਸ ਉਡੀਕ ਵਿੱਚ ਬੈਠੇ ਨੇ, ਰੱਬ ਜੀ ਤੁਹਾਡੀ ਅਸੀਂ ਗੁਣਾਂ ਨੂੰ, ਤੁਹਾਡੀ ਵਡਿਆਈ ਨੂੰ ਗਾ ਰਹੇ ਹਾਂ, ਤੁਹਾਡੀ ਵਡਿਆਈ ਗਾਉਂਦੇ ਆ। ਜਦ ਮਰਜ਼ੀ ਮੌਤ ਆ ਜਾਏ ਸਾਨੂੰ ਕੋਈ ਇਤਰਾਜ਼ ਨਹੀਂ, ਕਿਉਂਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਜੋ ਹਾਸਲ ਕਰਨਾ ਸੀ ਅਸੀਂ ਕਰ ਲਿਆ। ਜਿਸ ਮਨੋਰਥ ਤੇ ਅਸੀਂ ਪਹੁੰਚਣਾ ਸੀ ਅਸੀਂ ਪਹੁੰਚ ਗਏ ਆ। ਹੁਣ ਸਾਨੂੰ ਜਦੋਂ ਮਰਜ਼ੀ ਮੌਤ ਆ ਜਾਏ। ਵੇਖੋ ਇਨਸਾਨ ਜਦੋਂ ਜ਼ਿੰਦਗੀ ਜਿਉਂਦਾ ਨਾ, ਇਹ ਮਨ ਵਿੱਚ ਕਈ ਤਰ੍ਹਾਂ ਦੀਆਂ ਲਾਲਸਾਵਾਂ ਲੈ ਕੇ ਬਹਿੰਦਾ, ਤੇ ਉਹ ਜਿਹੜੀਆਂ ਲਾਲਸਾਵਾਂ ਨੇ ਨਾ, ਉਹਨਾਂ ਵਿੱਚੋਂ ਕੋਈ ਨਾ ਕੋਈ ਇੱਕ ਇੱਛਾ ਐਸੀ ਹੁੰਦੀ ਹੈ ਜਿਹੜੀ ਇੱਛਾ ਨੂੰ ਇਨਸਾਨ ਪੂਰੀਆਂ ਕਰਨ ਦੀ ਭਾਵਨਾ ਲੈ ਕੇ ਬੈਠਾ, ਤੇ ਇਹ ਸੋਚਦਾ ਵੀ ਜੇ ਇਹ ਇੱਛਾ ਪੂਰੀ ਹੋ ਜਾਏ ਨਾ ਮੇਰੀ, ਉਦੋਂ ਬਾਅਦ ਜੇ ਮੌਤ ਵੀ ਆ ਜਾਏਗੀ ਤੇ ਮੈਨੂੰ ਕੋਈ ਇਤਰਾਜ਼ ਨਹੀਂ। ਇੱਕ ਨਾ ਇੱਕ ਭਾਵਨਾ ਐਸੀ ਲੈ ਕੇ ਬੈਠਦਾ ਹੈ। ਹੁਣ ਉਹ ਰੱਬ ਦੇ ਪਿਆਰਿਆਂ ਦੇ ਬਸ ਹਾਲਾਤ ਐਸੇ ਹੀ ਨੇ ਕਿ ਜਿਹੜਾ ਜ਼ਿੰਦਗੀ ਦਾ ਅਸਲ ਮਨੋਰਥ ਸੀ ਨਾ, ਉਹਨਾਂ ਨੇ ਹਾਸਲ ਕਰ ਲਿਆ। ਜਦੋਂ ਮਨੋਰਥ ਹਾਸਲ ਕਰ ਲਿਆ ਨਾ, ਉਸ ਤੋਂ ਬਾਅਦ 'ਚ ਉਹਨਾਂ ਨੂੰ ਕੋਈ ਚਿੰਤਾ ਨਹੀਂ, ਜਦੋਂ ਮਰਜ਼ੀ ਮੌਤ ਆ ਜਾਏ। ਇੱਕ ਨਾ ਗੁਲਾਬ ਦਾ ਫੁੱਲ, ਉਹਦੇ ਕੋਲ ਆ ਕੇ ਨਾ ਇੱਕ ਮਨੁੱਖ ਖੜੋ ਗਿਆ। ਉਹ ਜਦੋਂ ਆ ਕੇ ਖੜੋਤਾ ਤੇ ਉਹਨੇ ਵੇਖਿਆ ਵੀ ਬੜਾ ਸੋਹਣਾ, ਬੜਾ ਖੁਸ਼ਬੂਦਾਰ ਹੈ, ਖੁਸ਼ਬੂ ਵੀ ਬੜੀ ਵੰਡ ਰਿਹਾ ਹੈ, ਸੋਹਣਾ ਵੀ ਬੜਾ ਲੱਗ ਰਿਹਾ। ਇੰਨੇ ਨੂੰ ਹਨੇਰੀ ਚੱਲੀ ਤੇ ਉਹ ਪੰਖੜੀ ਪੰਖੜੀ ਹੋ ਕੇ ਨਾ ਫੁੱਲ ਡਿੱਗ ਪਿਆ। ਹੁਣ ਜਦੋਂ ਡਿੱਗਿਆ, ਮਨੁੱਖ ਨੇ ਉਹਨੂੰ ਸਵਾਲ ਕਰ ਲਿਆ, ਤੇ ਸਵਾਲ ਪਤਾ ਕੀ ਕੀਤਾ? ਕਿਰਦਾ ਦੇਖ ਪੰਖੜੀ ਹੋ ਪੁੱਛਿਆ ਕਿਸੇ ਗੁਲਾਬ ਤਾਈਂ। ਉਹਨੂੰ ਪੰਖੜੀ ਪੰਖੜੀ ਹੋ ਕੇ ਜਦੋਂ ਡਿੱਗਦਾ ਵੇਖਿਆ ਨਾ, ਉਹਨੂੰ ਸਵਾਲ ਕੀਤਾ। ਤੇ ਸਵਾਲ ਕੀ ਕਰਦਾ ਵੀ ਇੰਨਾ ਸੋਹਣਾ ਰੂਪ, ਇੰਨੀ ਵਧੀਆ ਖੁਸ਼ਬੂ ਵੰਡ ਰਿਹਾ, ਪਰ ਉਮਰ ਬੜੀ ਥੋੜੀ ਜੀ ਮਿਲੀ ਹੈ, ਇਹਨੂੰ ਪਤਾ ਤੇ ਇਹਦੇ ਇੱਕ ਪਲ ਦਾ ਵੀ ਨਹੀਂ, ਉਸੇ ਵੇਲੇ ਪੰਖੜੀਆਂ ਟੁੱਟ ਗਈਆਂ। ਹੁਣ ਇਹ ਸਵਾਲ ਉਹਨੇ ਕਰ ਲਿਆ ਗੁਲਾਬ ਨੂੰ। ਅੱਗੋਂ ਗੁਲਾਬ ਨੇ ਫਿਰ ਜਵਾਬ ਵੀ ਦਿੱਤਾ, ਤੇ ਗੁਲਾਬ ਜਵਾਬ ਦਿੰਦਾ ਇਹ ਕਹਿੰਦਾ ਮੈਂ ਤੇ ਬੜਾ ਪ੍ਰਸੰਨ, ਉਮਰ ਭਾਵੇਂ ਮੇਰੀ ਥੋੜੀ ਹੈ, ਪਰ ਮੈਂ ਆਪਣੀ ਜ਼ਿੰਦਗੀ ਤੋਂ, ਆਪਣੀ ਉਮਰ ਤੋਂ ਸੰਤੁਸ਼ਟ ਹਾਂ, ਕਿਉਂਕਿ ਮੈਂ ਆਪਣੀ ਜ਼ਿੰਦਗੀ ਚਾਹੇ 2 ਪਲ ਲੰਘਾਈ ਤੇ ਭਾਵੇਂ 4 ਪਲ ਬਤੀਤ ਕੀਤੀ, ਮੈਂ ਖੁਸ਼ਬੂ ਵੰਡਦਿਆਂ ਹੀ ਗੁਜ਼ਾਰੀ ਹੈ। ਮੈਂ ਖੁਸ਼ਬੂ ਵੰਡਦਿਆਂ ਆਪਣੀ ਜ਼ਿੰਦਗੀ ਗੁਜ਼ਾਰੀ ਹੈ। ਮਨੁੱਖਾ ਤੂੰ ਲੰਬੀ ਦਾ ਖਿਆਲ ਕਰ। ਤੂੰ ਮੇਰੀ ਉਮਰ ਵੇਖ ਕੇ ਹਾਹਾ ਕਰ ਰਿਹਾ ਨਾ, ਹਾਹਾਕਾਰ ਮਚਾਲੀ ਵੀ ਉਮਰ ਥੋੜੀ ਹੈ ਤੇਰੀ, ਤੂੰ ਖੁਸ਼ਬੂ ਵੰਡਦਾ, ਤੂੰ ਸੁਗੰਧੀਆਂ ਦਿੰਦਾ। ਤੇ ਗੁਲਾਬ ਕਹਿੰਦਾ ਮੈਂ ਪ੍ਰਸੰਨ ਭਾਵੇਂ ਥੋੜੀ ਹੈ, ਪਰ ਇੰਨਾ ਤੇ ਮਾਣ ਹੈ ਨਾ, ਇੰਨਾ ਤੇ ਫਕਰ ਹੈ ਵੀ ਖੁਸ਼ਬੂ ਵੰਡਦਿਆਂ ਬੀਤ ਰਹੀ ਹੈ, ਭਾਵੇਂ ਥੋੜੀ ਹੈ, ਪਰ ਤੂੰ ਲੰਬੀ ਦਾ ਖਿਆਲ ਕਰ ਜਿਹੜੀ ਬਿਨਾਂ ਖੁਸ਼ਬੂ ਵੰਡਦਿਆਂ ਲੰਘ ਰਹੀ ਹੈ।
ਤੂੰ ਤੇ ਲੋਕਾਂ ਨੂੰ ਉਜਾੜਨ ਤੇ ਜ਼ੋਰ ਦਿੱਤਾ, ਅੱਜ ਤੱਕ ਵਸਾਇਆ ਹੈ ਕੋਈ? ਉਹ ਗੁਲਾਬ ਇਸ ਇਨਸਾਨ ਜਿਹੜਾ ਸਵਾਲ ਪੁੱਛਣ ਵਾਲਾ ਨਾ, ਉਹਨੂੰ ਕਹਿ ਰਿਹਾ ਕਿ ਤੂੰ ਲੰਬੀ ਦਾ ਕਰ ਖਿਆਲ ਬੰਦਿਆ, ਬਿਨ ਖੁਸ਼ਬੂ ਜੋ ਬੀਤ ਰਹੀ। ਤੂੰ ਆਪਣੀ ਉਮਰ ਦਾ ਖਿਆਲ ਕਰ ਜਿਹੜੀ ਬਿਨਾਂ ਖੁਸ਼ਬੂ ਤੋਂ ਲੰਘਾ ਰਿਹਾ। ਕਿੰਨਿਆਂ ਕੁ ਨੂੰ ਵੰਡੀ ਖੁਸ਼ਬੂ ਤੂੰ? ਕਿੰਨਿਆਂ ਕੁ ਨੂੰ ਚੰਗਾ ਜੀਵਨ ਬਖਸ਼ਿਆ ਤੂੰ? ਕਿੰਨਿਆਂ ਕੁ ਦੇ ਜੀਵਨ ਦੇ ਕਾਰਜ ਸਵਾਰੇ ਤੂੰ? ਤੂੰ ਤੇ ਜੇ ਕਿਸੇ ਦੇ ਜੀਵਨ ਵਿੱਚ ਪ੍ਰਸੰਨਤਾ ਆਉਂਦੀ ਸੀ, ਤੈਨੂੰ ਸਬਰ ਨਹੀਂ ਸੀ ਆਉਂਦਾ ਜਿੰਨਾ ਚਿਰ ਉਹਦੇ ਘਰ 'ਚ ਤੂੰ ਦੁੱਖ ਨਹੀਂ ਸੀ ਵੇਖ ਲੈਂਦਾ। ਉਹਦੀ ਪ੍ਰਸੰਨਤਾ ਵੇਖ ਕੇ ਤੇਰੇ ਮਨ ਅੰਦਰ ਦੁੱਖ, ਤੇਰੇ ਮਨ ਅੰਦਰ ਤਕਲੀਫ ਉੱਠ ਪੈਂਦੀ ਸੀ, ਤੇ ਤੂੰ ਅੱਜ ਮੈਨੂੰ ਕਹਿ ਰਿਹਾ ਕਿ ਉਮਰਾਂ ਥੋੜੀ ਹੈ ਤੇਰੀ, ਤੇ ਤੂੰ ਇਸ ਤਰੀਕੇ ਨਾਲ ਪੰਖੜੀ ਹੋ ਕੇ ਕਿਉਂ ਕਿਰ ਗਿਆ? ਉਹ ਸੈਟੀਸਫਾਈ ਆ। ਉਹ ਗੁਲਾਬ ਕਹਿੰਦਾ ਮੈਨੂੰ ਸੰਤੁਸ਼ਟੀ ਹੈ, ਕਿਉਂਕਿ ਮੈਂ ਚਾਹੇ 4 ਪਲ ਲੰਘਾਏ, ਭਾਵੇਂ 1 ਦਿਨ ਦਾ ਸਮਾਂ ਲੰਘਾਵਾਂ, ਮੈਨੂੰ ਇੰਨਾ ਪਤਾ ਮੈਂ ਖੁਸ਼ਬੂ ਵੰਡਦਿਆਂ ਆਪਣੀ ਜ਼ਿੰਦਗੀ ਲੰਘਾਉਣੀ ਹੈ। ਗੱਲ ਲੰਮੀ ਜਾਂ ਛੋਟੀ ਉਮਰ ਦੀ ਨਹੀਂ, ਗੱਲ ਇਹ ਹੈ ਕਿ ਅਸੀਂ ਸੰਤੁਸ਼ਟ ਕਦੋਂ ਹੁੰਨੇ ਆ। ਨਿੱਕੀ ਉਮਰ ਵਿੱਚ ਹੀ ਸੰਤੁਸ਼ਟੀ ਮਿਲ ਜਾਂਦੀ ਹੈ, ਜਾਂ ਲੰਮੀ ਉਮਰ ਭੋਗਣ ਤੋਂ ਬਾਅਦ ਵਿੱਚ ਵੀ ਅਸੀਂ ਸੰਤੁਸ਼ਟ ਅਜੇ ਤੱਕ ਨਹੀਂ ਹੋਏ। ਤੇ ਜੇ ਸੰਤੁਸ਼ਟੀ ਮਿਲ ਜਾਂਦੀ ਤੇ ਖਿਆਲ ਕਰਿਓ ਫਿਰ 9 ਤੇ 7 ਸਾਲ ਵਿੱਚ ਵੀ ਸੰਤੁਸ਼ਟੀ ਹੈ, ਤੇ ਜੇ ਸੰਤੁਸ਼ਟੀ ਨਹੀਂ ਤੇ ਫਿਰ ਭਾਵੇਂ 80 ਤੇ 90 ਸਾਲ ਦੀ ਜ਼ਿੰਦਗੀ ਕਿਉਂ ਨਾ ਲੰਘਾ ਲਈ ਜਾਏ, ਉਦੋਂ ਵੀ ਬੰਦਾ ਸੰਤੁਸ਼ਟ ਨਹੀਂ ਹੋ ਸਕਦਾ। ਗੱਲ ਤੇ ਮਨੋਰਥ ਦੀ ਹੈ। ਪੂਰਾ ਹੋ ਗਿਆ। ਗੁਰੂ ਨਾਨਕ ਸਾਹਿਬ ਕਹਿੰਦੇ ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਏ। ਗਿਆਨੀ ਜੀਵੈ ਸਦਾ ਸਦਾ, ਸੁਰਤੀ ਹੀ ਪਤ ਹੋਏ। ਹੁਣ ਇੱਕ ਸ਼ਖਸ ਉਹ ਜਿਹੜਾ ਅਜੇ ਤੱਕ ਰੱਜਿਆ ਨਹੀਂ, ਤੇ ਇੱਕ ਉਹ ਹੈ ਜਿਹੜਾ ਰੱਜ ਗਿਆ। ਜਿਹੜਾ ਰੱਜਿਆ ਨਹੀਂ ਮਰਿਆ ਵੀ, ਉਹ ਜਿਹੜਾ ਰੱਜ ਗਿਆ ਉਹ ਮਰਿਆ ਵੀ ਨਹੀਂ। ਤਵੱਜੋ ਦੇ ਕੇ ਸਮਝਿਓ, ਜਿਹੜਾ ਰੱਜਿਆ ਨਹੀਂ ਮਰਿਆ ਵੀ ਉਹ ਹੈ, ਜਿਹੜਾ ਰੱਜ ਗਿਆ ਉਹ ਮਰਿਆ ਵੀ ਨਹੀਂ। ਸੰਤੁਸ਼ਟੀ ਮਿਲ ਗਈ, ਸੰਤੁਸ਼ਟ ਹੈ, ਉਹ ਸਵਾਰ ਕੇ ਚੱਲਿਆ ਆਪਣਾ ਕੁਛ। ਤੇ ਜਿਹੜਾ ਕੁਛ ਸਵਾਰ ਕੇ ਚੱਲਿਆ ਉਹਨੂੰ ਚਿੰਤਾ ਨਹੀਂ ਹੈ, ਮੌਤ ਜਿਸ ਵਕਤ ਮਰਜ਼ੀ ਆ ਜਾਏ। ਤੇ ਜਿੰਨੇ ਕੁਝ ਸਵਾਰਿਆ ਨਹੀਂ ਮਰਿਆ ਵੀ ਉਹ ਹੈ। ਮਾਲਕ ਕਹਿੰਦੇ ਗਿਆਨੀ ਜੀਵੈ ਸਦਾ ਸਦਾ, ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਜੀਵਨ ਦੇ ਮਨੋਰਥ ਨੂੰ, ਆਪਣੀ ਜ਼ਿੰਦਗੀ ਦੇ ਗਿਆਨ ਨੂੰ ਹਾਸਲ ਕਰ ਲੈਂਦਾ, ਜੀਵੈ ਸਦਾ ਸਦਾ। ਫਿਰ ਉਹਨਾਂ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਇੱਕ ਲਫ਼ਜ਼ ਵਰਤਦੇ ਨੇ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਉਹ ਕਦੇ ਜ਼ਿੰਦਗੀ ਦੇ ਮਨੋਰਥ ਨੂੰ ਹਾਰ ਕੇ ਨਹੀਂ ਗਏ, ਜ਼ਿੰਦਗੀ ਦੀ ਬਾਜੀ ਕਦੇ ਹਾਰ ਕੇ ਨਹੀਂ ਗਏ, ਉਹ ਮਰੇ ਨਹੀਂ, ਉਹ ਸਦਾ ਸੰਸਾਰ ਤੇ ਜਿਉਂਦੇ ਨੇ। ਤੇ ਜਿਹੜਾ ਰੱਜਿਆ ਨਹੀਂ ਹੈ ਉਹ ਮਰ ਗਿਆ। ਤੇ ਉਹਨਾਂ ਲਈ ਲਫ਼ਜ਼ ਵਰਤੇ ਫਿਰ, ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਚੱਲੇ ਤੇ ਉਹ ਵੀ ਨੇ। ਥੋੜਾ ਜਿਹਾ ਖਿਆਲ ਕਰਿਓ। ਹੁਣ ਗੱਲ ਹੈ ਵੀ ਜ਼ਿੰਦਗੀ ਨੂੰ ਅਸੀਂ ਰੱਜ ਕੇ ਜਿਉਇਆ ਕਿ ਅਜੇ ਵੀ ਭੁੱਖੇ ਬੈਠੇ ਆ। ਕਿਉਂਕਿ ਜਿਹੜਾ ਰੱਜ ਕੇ ਜਿਉਂਦਾ ਨਾ, ਉਹ ਸੰਸਾਰ ਤੋਂ ਸਰੀਰਕ ਤੌਰ ਤੇ ਭਾਵੇਂ ਚਲਾ ਜਾਏ, ਪਰ ਉਹ ਸੰਸਾਰ ਵਿੱਚ ਹਰ ਵਕਤ ਮੌਜੂਦ ਹੈ। ਤੇ ਜਿਹੜਾ ਰੱਜ ਕੇ ਜਿਉ ਨਾ ਸਕਿਆ, ਉਹ ਸਰੀਰਕ ਤੌਰ ਤੇ ਵੀ ਜਾਂਦਾ ਤੇ ਉਦਾਂ ਵੀ ਮਰਿਆ। ਕਿੰਨੇ ਚੇਤੇ ਕੀਤਾ ਉਹਨਾਂ ਨੂੰ ਜਿਹੜੇ ਜ਼ਿੰਦਗੀ ਤੋਂ ਸੰਤੁਸ਼ਟ ਹੀ ਨਾ ਹੋਏ, ਤੇ ਜਿਹੜੇ ਸੰਤੁਸ਼ਟ ਹੋ ਕੇ ਆਪਾ ਸਵਾਰ ਕੇ ਗਏ,
ਸੰਸਾਰ ਨੇ ਉਹਨਾਂ ਦੀਆਂ ਬਾਤਾਂ ਗਾਵੀਆਂ, ਉਹਨਾਂ ਦੀਆਂ ਬਾਤਾਂ ਨੂੰ ਪਾਇਆ, ਉਹਨਾਂ ਦੇ ਪਾਏ ਪੂਰਨਿਆਂ ਉੱਤੇ ਸੰਸਾਰ ਨੇ ਚੱਲਣ ਦੀ ਕੋਸ਼ਿਸ਼, ਯਤਨ ਕੀਤੇ, ਜਿਨ੍ਹਾਂ ਨੇ ਜੀਵਨ ਨੂੰ ਸਵਾਰਿਆ। ਗੁਰੂ ਨਾਨਕ ਸਾਹਿਬ ਕਹਿੰਦੇ ਗਿਆਨੀ ਜੀਵ ਹੈ ਸਦਾ ਸਦਾ ਸੁਰਤੀ ਹੀ ਪਤ ਹੋਏ, ਜਿਨ੍ਹਾਂ ਨੇ ਆਪਣੀ ਸੁਰਤ ਨੂੰ ਅਕਾਲ ਪੁਰਖ ਪਰਮੇਸ਼ਵਰ ਨਾਲ ਜੋੜ ਲਿਆ, ਆਪਣੀ ਸੁਰਤ ਦੇ ਸਦਕਾ ਫਿਰ ਉਹ ਰੱਬ ਦੇ ਦਰ ਉੱਤੇ ਪਤ ਵਾਲੇ, ਇੱਜ਼ਤ ਵਾਲੇ, ਮਾਣ ਵਾਲੇ, ਸਨਮਾਨ ਵਾਲੇ ਬਣ ਜਾਂਦੇ, ਜਿਹਨੂੰ ਮਾਲਕ ਆਖਦੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪੇੜ ਮੱਲਿਆ। ਉਹ ਜ਼ਿੰਦਗੀ ਦੇ ਆਪਣੇ ਮਨੋਰਥ ਨੂੰ ਹਾਸਲ ਕਰਕੇ ਜੀਵਨ ਸਵਾਰ ਕੇ ਚੱਲਿਆ, ਉਹ ਸੰਤੁਸ਼ਟ ਹੋ ਕੇ ਚੱਲਿਆ ਆਪਣੀ ਜ਼ਿੰਦਗੀ ਤੋਂ। ਉਮਰ ਭਾਵੇਂ 3 ਸਾਲਾਂ ਦੀ ਹੈ, ਭਾਵੇਂ 5 ਦੀ ਹੈ, ਭਾਵੇਂ 7 ਦੀ ਹੈ, ਭਾਵੇਂ 9 ਦੀ ਹੈ, ਤੇ ਭਾਵੇਂ 10 ਸਾਲਾਂ ਦੀ ਹੈ, ਕਿ ਮੈਂ ਸੰਤੁਸ਼ਟ ਹਾਂ ਆਪਣੀ ਜ਼ਿੰਦਗੀ ਤੋਂ। ਫਿਰ 10 ਸਾਲਾਂ ਵਾਲਾ ਵੀ ਰਸਨਾ ਤੋਂ ਬੋਲ ਬੋਲ ਕਹਿੰਦਾ, ਬਾਪੂ ਤੇਰੇ ਨਾਲ ਸ਼ਹੀਦ ਹੋਣਾ, ਜੇ ਸੰਤੁਸ਼ਟੀ ਹੈ। ਜੇ ਨਹੀਂ ਤੇ ਫਿਰ ਦੁਨੀ ਚੰਦ ਵਰਗਾ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਵੀ ਭੱਜਣ ਨੂੰ ਤਿਆਰ ਹੋ ਜਾਂਦਾ। ਸੰਤੁਸ਼ਟੀ ਨਹੀਂ। ਜੇ ਭਰੋਸਾ ਹੁੰਦਾ ਗੁਰੂ ਕਲਗੀਧਰ ਸਾਹਿਬ ਉੱਤੇ ਤੇ ਫਿਰ ਇਹ ਨਹੀਂ ਸੀ ਡਰ ਹੁੰਦਾ ਕਿ ਮੈਂ ਹਾਥੀ ਕੋਲੋਂ ਮਾਰਿਆ ਜਾਣਾ। ਵਿਸ਼ਵਾਸ ਅੰਦਰਲਾ ਧੀਰਜ ਖੋਲਿਆ, ਧੀਰਜ ਗਵਾਚਾ, ਅੰਦਰੋਂ ਧੀਰਜ ਟੁੱਟ ਗਿਆ, ਮਨ ਖਿੱਲਰ ਗਿਆ। ਉਹ ਮਨ ਨੇ ਅੰਦਰ ਐਸੇ ਵਲਵਲੇ ਉਠਾ ਦਿੱਤੇ, ਆਪ ਵੀ ਦੌੜਨਾ, ਨਾਲ ਦੂਜਿਆਂ ਨੂੰ ਪ੍ਰੇਰਨਾ ਦੇ ਰਿਹਾ ਵੀ ਆਪਾਂ ਇੱਥੋਂ ਭੱਜ ਚੱਲੀਏ, ਨਹੀਂ ਤੇ ਮਾਰੇ ਜਾਵਾਂਗੇ। ਕਿਉਂਕਿ ਅਜੇ ਜ਼ਿੰਦਗੀ ਜਿਉਣ ਦੀ ਲਾਲਸਾ ਹੈ ਨਾ, ਉਹ ਅਜੇ ਰੱਜਿਆ ਨਹੀਂ। ਜੇ ਲਾਲਸਾ ਮੁੱਕ ਜਾਂਦੀ ਤੇ ਫਿਰ ਆਖਦਾ ਵੀ ਧੰਨ ਗੁਰੂ ਕਲਗੀਧਰ ਸਾਹਿਬ ਤੁਹਾਡੇ ਇੱਕ ਬਚਨ ਉੱਤੇ ਮੈਂ ਇੱਕ ਹਾਥੀ ਨਾਲ ਤੇ ਕੀ, ਜੇ ਤੁਸੀਂ ਆਖੋ ਤੇ ਮੈਂ 100 ਹਾਥੀਆਂ ਦਾ ਮੁਕਾਬਲਾ ਵੀ ਕਰ ਜਾਵਾਂਗਾ। ਪੜੋ ਕਵੀ ਸੰਤੋਖ ਸਿੰਘ ਜੀ ਨੂੰ, ਉਹਨਾਂ ਨੇ ਬਕਾਇਦਾ ਜ਼ਿਕਰ ਕੀਤਾ। ਰਾਤਰੀ ਵੇਲੇ ਦੇ ਦੀਵਾਨਾਂ 'ਚ ਭਾਈ ਦੁਨੀ ਚੰਦ ਦਾ ਇਤਿਹਾਸ ਆਪਾਂ ਸਾਰਾ ਵਿਚਾਰ ਕੇ ਆਏ ਹਾਂ ਕਿ ਕਿਵੇਂ ਸਤਿਗੁਰੂ ਨੇ ਆਖਿਆ ਵੀ ਸਾਡੇ ਕੋਲ ਵੀ ਆਹ ਹਾਥੀ ਦਾ ਮੁਕਾਬਲਾ ਕਰਨ ਲਈ ਸਾਡੇ ਕੋਲ ਦੁਨੀ ਚੰਦ ਹੈ, ਇਹ ਦੁਨੀ ਚੰਦ ਉਸ ਮਸਤ ਹਾਥੀ ਦਾ ਮੁਕਾਬਲਾ ਕਰੇਗਾ। ਬਸ ਸੁਣਦੇ ਆ ਭਾਈ ਦੁਨੀ ਚੰਦ ਦਾ ਰੰਗ ਫਿੱਕਾ ਪੈ ਗਿਆ, ਮੈਂ ਕਿੱਥੋਂ ਮੁਕਾਬਲਾ ਕਰ ਲੈਣਾ। ਤੇ ਉਹ ਅਜੇ ਜ਼ਿੰਦਗੀ ਨੂੰ ਜਿਉਣ ਦੀ ਲਾਲਸ ਹੈ। ਹੁਣ ਚਾਹੁੰਦੇ ਨੇ, ਫਿਰ ਕਦੇ ਜਾਂਦੇ ਉਹ ਭਾਈ ਦਇਆ ਸਿੰਘ ਕੋਲ, ਕਦੇ ਭਾਈ ਉਦੈ ਸਿੰਘ ਕੋਲ, ਕਦੇ ਭਾਈ ਸਾਹਿਬ ਸਿੰਘ ਕੋਲ, ਕਦੇ ਭਾਈ ਮੋਹਕਮ ਸਿੰਘ ਕੋਲ। ਉਹਨਾਂ ਨੂੰ ਜਾ ਕੇ ਕਹਿੰਦੇ ਵੀ ਜੇ ਹਾਥੀ ਦਾ ਮੁਕਾਬਲਾ ਹੋ ਗਿਆ ਉਹਨੇ ਤੇ ਮੈਨੂੰ ਵਿਚਾਲੋਂ ਪਾੜ ਕੇ ਰੱਖ ਦੇਣਾ, ਮੈਂ ਅਣ ਆਈ ਮੌਤ ਮਾਰੇ ਆ ਜਾਣਾ। ਕਿਉਂਕਿ ਅਜੇ ਜਿਉਣ ਦੀ ਲਾਲਸਾ ਹੈ। ਜੇ ਲਾਲਸਾ ਮੁੱਕ ਜਾਂਦੀ ਨਾ ਤੇ ਫਿਰ ਸਤਿਗੁਰੂ ਪਾਤਸ਼ਾਹ ਤੋਂ ਕਦੇ ਵੀ ਮੁੱਖ ਮੋੜ ਕੇ ਭੱਜਣ ਦੀ ਬਾਤ ਨਾ ਕਰਦੇ, ਕਿਲਾ ਛੱਡ ਕੇ ਜਾਣ ਦੀ ਬਾਤ ਨਾ ਕਰਦੇ। ਬਸ ਗੱਲ ਇਹ ਸੀ ਅਜੇ ਜ਼ਿੰਦਗੀ ਜਿਉਣ ਦੀ ਲਾਲਸਾ ਹੈ। ਜੇ ਲਾਲਸਾ ਨਾ ਹੁੰਦੀ ਜ਼ਿੰਦਗੀ ਜਿਉਣ ਦੀ ਤੇ ਵੇਖੋ ਨਾ ਭਾਈ ਬੰਦਾ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਤੇ ਕੀ ਉਹਨਾਂ ਦੇ ਪੁੱਤਰ ਅਜੈ ਸਿੰਘ ਦੀ ਕੁਰਬਾਨੀ ਨੂੰ ਅਸੀਂ ਵਿਸਾਰ ਦਾਂਗੇ? ਜਦੋਂ ਸਾਕਾ ਨਨਕਾਣਾ ਸਾਹਿਬ ਦੀ ਗੱਲ ਕਰਾਂਗੇ, ਅਸੀਂ ਲਛਮਣ ਸਿੰਘ ਜੀ ਦੀ ਹੁਣਾਂ ਦੀ ਵੀ ਗੱਲ ਕਰਾਂਗੇ, ਭਾਈ ਕੇਹਰ ਸਿੰਘ ਹੁਣਾਂ ਜੀ ਦੀ ਵੀ ਗੱਲ ਕਰਾਂਗੇ, ਪਰ ਕੀ ਭਾਈ ਦਰਬਾਰਾ ਸਿੰਘ ਨੂੰ ਵਿਸਾਰ ਦਾਂਗੇ? ਉਮਰ ਦੇ 10 ਸਾਲ ਦੀ ਹੈ ਨਾ। ਗੱਲ ਤੇ ਸੰਤੁਸ਼ਟੀ ਦੀ ਹੈ। ਔਰ ਕਦੇ ਫਰੋਲੋ ਇਤਿਹਾਸ ਦੇ ਪੰਨੇ, ਜਿਸ ਦਿਨ ਪਿਤਾ ਘਰੋਂ ਤੁਰਿਆ ਸੀ ਨਾ ਭਾਈ ਕੇਹਰ ਸਿੰਘ, ਆਪਣੇ ਪਿਤਾ ਨੂੰ ਇੱਕੋ ਗੱਲ ਕਹਿੰਦਾ ਆ ਰਿਹਾ ਕਿ ਬਾਪੂ ਤੇਰੇ ਨਾਲ ਜਾਣਾ ਤੇ ਤੇਰੇ ਨਾਲ ਸ਼ਹੀਦ ਹੋਣਾ। ਤੇ ਇਤਿਹਾਸਕਾਰ ਲਿਖਦਿਆਂ ਆਖਦੇ ਨੇ, ਅਲਮਾਰੀ ਵਿੱਚ ਬੰਦ ਭਾਈ ਦਰਬਾਰਾ ਸਿੰਘ ਅਲਮਾਰੀ ਖੜਕਾ ਖੜਕਾ ਕੇ ਕਹਿ ਰਿਹਾ ਬਾਪੂ ਤੇਰੇ ਨਾਲ ਸ਼ਹੀਦ ਹੋਣਾ ਹੈ। ਉਹ ਜ਼ਾਲਮਾਂ ਨੇ ਅਲਮਾਰੀ ਵਿੱਚੋਂ ਬਾਹਰ ਕੱਢਿਆ
ਜਿੱਥੇ ਪਿਤਾ ਅੱਗ ਵਿੱਚ ਸੜ ਰਿਹਾ ਸੀ ਨਾ, ਉੱਥੇ ਹੀ ਚੁੱਕ ਕੇ ਫੜ ਕੇ ਭਾਈ ਦਰਬਾਰਾ ਸਿੰਘ ਸੁੱਟਤਾ। ਆਪਣੇ ਪਿਤਾ ਦੇ ਉੱਤੇ ਪਿਆ ਸੜਦਾ ਹੋਇਆ ਵੀ ਕਹਿ ਰਿਹਾ, ਬਾਪੂ ਤੇਰੇ ਨਾਲ ਸ਼ਹਾਦਤ ਦਾ ਜਾਮ ਪੀਣਾ। ਸੰਤੁਸ਼ਟੀ ਹੈ। ਸੰਤੁਸ਼ਟੀ ਤੇ 4 ਸਾਲਾਂ ਦੀ ਉਮਰ 'ਚ ਹੀ ਮਿਲ ਗਈ ਸੀ, ਜਿੱਦਣ ਦਾਦੀ ਨੇ ਪੁੱਛਿਆ ਸੀ ਵੀ ਪੁੱਤਰਾ ਤੂੰ ਵੱਡਾ ਹੋ ਕੇ ਕੀ ਬਣਨਾ, ਤੇ ਪੁੱਤਰ ਦਾ ਜਵਾਬ ਇਹ ਨਹੀਂ ਸੀ ਵੀ ਮੈਂ ਡਾਕਟਰ ਬਣਾਂਗਾ, ਇੰਜੀਨੀਅਰ ਬਣਾਂਗਾ, ਮੈਂ ਬੜਾ ਵੱਡਾ ਇਨਸਾਨ ਬਣਾਂਗਾ, ਬੜਾ ਵੱਡਾ ਅਹੁਦੇਦਾਰ ਬਣਾਂਗਾ। ਜਵਾਬ ਸੀ ਵੀ ਦਾਦੀ ਮੈਂ ਵੱਡਾ ਹੋ ਕੇ ਸ਼ਹੀਦ ਬਣਾਂਗਾ। ਤੇ ਦਾਦੀ ਹੈਰਾਨ ਸੀ, 4 ਸਾਲਾਂ ਦੇ ਬੱਚੇ ਦਾ ਇਹ ਜਵਾਬ ਹੈ ਕਿ ਮੈਂ ਵੱਡਾ ਹੋ ਕੇ ਸ਼ਹੀਦ ਬਣਨਾ। ਦਾਦੀ ਨੇ ਪੁੱਛਿਆ ਵੀ ਕਿਉਂ, ਤੇ ਜਵਾਬ ਪਤਾ ਕੀ ਸੀ, ਦਾਦੀ ਸ਼ਹੀਦ ਕਦੇ ਮਰਦਾ ਨਹੀਂ ਤੇ ਮੈਂ ਮਰਨਾ ਨਹੀਂ ਚਾਹੁੰਦਾ। ਸ਼ਹੀਦ ਸਦਾ ਹੀ ਜਿਉਂਦੇ ਰਹਿੰਦੇ ਨੇ ਤੇ ਸ਼ਹੀਦਾਂ ਨੂੰ ਸੰਸਾਰ ਚੇਤੇ ਕਰਦਾ ਹੈ, ਤੇ ਦਾਦੀ ਮੈਂ ਇਸ ਕਰਕੇ ਸ਼ਹੀਦ ਹੋਣਾ ਚਾਹੁੰਦਾ। ਇੱਡੀ ਸੰਤੁਸ਼ਟੀ, ਸੈਟੀਸਫੈਕਸ਼ਨ ਹੋਏਗੀ ਲਾਈਫ ਦੇ ਵਿੱਚ ਭਾਈ ਦਰਬਾਰਾ ਸਿੰਘ ਕੋਲ। ਤੇ ਗੁਰੂ ਨਾਨਕ ਸਾਹਿਬ ਅੱਜ ਕਹਿ ਰਹੇ, ਕਹਿੰਦੇ ਇਹ ਸੰਸਾਰ ਦਾ ਇੱਕ ਅਸਲ ਸੱਚ ਹੈ ਕਿ ਰੱਜ ਨਾ ਕੋਈ ਜੀਵਿਆ, ਪਹੁੰਚ ਨਾ ਚੱਲਿਆ ਕੋਈ, ਗਿਆਨੀ ਜੀਵ ਹੈ ਸਦਾ ਸਦਾ, ਸੁਰਤੀ ਹੀ ਪਤ ਹੋਏ। ਜਿਨ੍ਹਾਂ ਨੇ ਆਪਣੀ ਸੁਰਤ ਨੂੰ ਹਰੀ ਪਰਮਾਤਮਾ ਨਾਲ ਜੋੜ ਲਿਆ, ਉਹ ਪਤ ਵਾਲੇ ਤੇ ਇੱਜ਼ਤ ਵਾਲੇ, ਸਨਮਾਨ ਵਾਲੇ ਬਣ ਗਏ। ਸਰਫੈ ਸਰਫੈ ਸਦਾ ਸਦਾ, ਐਵੇਂ ਗਈ ਵਿਹਾਏ। ਸਾਰੀ ਜ਼ਿੰਦਗੀ ਕੀ ਕਰਦਾ ਰਿਹਾ, ਸਰਫੇ ਹੀ ਕਰਦਾ ਰਹਿ ਗਿਆ। ਹੌਲੀ ਹੌਲੀ ਕਰਦਿਆਂ ਜ਼ਿੰਦਗੀ ਲੰਘ ਗਈ, ਸਾਰੀ ਹੋਈ ਬਤੀਤ ਕਰ ਲਈ। ਮਾਲਕ ਦੀ ਬਾਣੀ ਨੂੰ ਪੜ੍ਹੋਗੇ ਨਾ ਜਦੋਂ, ਤੇ ਸਤਿਗੁਰੂ ਬਾਣੀ 'ਚ ਇੱਕ ਸ਼ਬਦ ਦਿੰਦੇ ਵੀ ਇਹ ਬੰਦਾ ਨਾ ਜਿਸ ਦਿਨ ਸੰਸਾਰ ਤੇ ਆਇਆ ਸੀ, ਉਸ ਦਿਨ ਇਹਦੇ ਆਉਣ ਦਾ ਜੋ ਮਨੋਰਥ ਸੀ ਉਹ ਕੁਝ ਹੋਰ ਸੀ, ਪਰ ਉਹ ਮਨੋਰਥ ਉਹਨਾਂ ਚਿਰ ਹੀ ਸੀ ਹੋਰ ਜਿੰਨਾ ਚਿਰ ਉਹ ਮਾਤਾ ਦੇ ਉਦਰ ਵਿੱਚ ਸੀ, ਕਿਉਂਕਿ ਉਹਨਾਂ ਚਿਰ ਇਹ ਆਪਣੀ ਸੁਰਤ ਜੋੜ ਕੇ ਬੈਠਾ ਹੈ। ਉਹ ਜੁੜੀ ਹੋਈ ਸੁਰਤ ਹੀ ਹੈ ਜਿਹੜੀ ਇਹਨੂੰ ਸੰਸਾਰ ਤੇ ਜਨਮ ਲੈਣ ਜੋਗਾ ਛੱਡਦੀ ਹੈ। ਤੇ ਜੇ ਸੁਰਤ ਟੁੱਟ ਜਾਏ ਤੇ ਫਿਰ ਕਈ ਜਨਮ ਗਰਭ ਹਿਰ ਖਰਿਆ ਆ ਵੀ ਨਾਲ ਹੀ ਹੈ। ਇੱਕ ਸੁਰਤ ਜੁੜੀ ਹੋਈ ਹੈ, ਜਿਸ ਸੁਰਤ ਨੇ ਮਾਤਾ ਦੇ ਉਦਰ ਵਿੱਚ ਵੀ ਪ੍ਰਤਪਾਲਣਾ ਕੀਤੀ, ਅੱਗ ਵਿੱਚ ਵੀ ਸੰਭਾਲਿਆ, ਉਹ ਰੱਖਿਆ ਹੋਈ। ਸੁਰਤ ਟੁੱਟ ਜਾਂਦੀ, ਅੱਗ ਨੇ ਸਾੜ ਦੇਣਾ ਸੀ। ਪਰ ਜੁੜੀ ਸੁਰਤ ਨੇ ਅੱਗ ਤੋਂ ਸੰਭਾਲਿਆ, ਜਨਮ ਲਿਆ। ਬਸ ਜਨਮ ਲੈਣ ਦੀ ਦੇਰ ਸੀ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ, ਮਨੋਰਥ ਬਦਲ ਗਿਆ। ਜਿੰਨਾ ਚਿਰ ਸੁਰਤ ਜੁੜੀ ਸੀ ਉਹਨਾਂ ਚਿਰ ਤੇ ਲਾਲਸਾ ਸੀ, ਰੱਬ ਜੀ ਸੰਸਾਰ ਤੇ ਜਾਵਾਂਗਾ, ਤੁਹਾਡੇ ਨਾਲ ਇਕਮਿਕਤਾ ਹਾਸਲ ਕਰਾਂਗਾ, ਤੁਹਾਡਾ ਮੇਲ ਹਾਸਲ ਕਰਾਂਗਾ। ਸੁਰਤ ਟੁੱਟੀ, ਸੰਸਾਰ ਤੇ ਜਨਮ ਲਿਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਬਸ ਜਦੋਂ ਤ੍ਰਿਸ਼ਨਾ ਲੱਗ ਗਈ, ਇੱਥੇ ਆ ਕੇ ਮਨੋਰਥ ਕੀ ਬਣ ਗਿਆ, ਦੁਨੀਆ ਦਾ ਸਭ ਤੋਂ ਵੱਡਾ ਤੇ ਅਮੀਰ ਬੰਦਾ ਬਣਨਾ ਹੈ। ਬਦਲ ਗਿਆ ਮਨੋਰਥ। ਹੁਣ ਉਸ ਮਨੋਰਥ ਨੂੰ ਹਾਸਲ ਕਰਨ ਲਈ ਸਰਫੇ ਪਿਆ ਕਰਦਾ ਹੈ। ਸਰਫੇ ਕਾਦੇ ਕਰ ਰਿਹਾ, ਆਪਣਾ ਇੱਕ ਇੱਕ ਸਾਹ ਜਿਹੜਾ ਨਾ ਉਹਨੂੰ ਵੀ ਕਹਿੰਦਾ ਬੜਾ ਕੀਮਤੀ, ਤੇ ਮੈਂ ਇੱਕ ਵੀ ਸਾਹ ਨਹੀਂ ਗਵਾਉਣਾ, ਇੱਕ ਇੱਕ ਪਲ ਕੀਮਤੀ ਹੈ, ਮੈਂ ਇੱਕ ਇੱਕ ਪਲ ਵਿੱਚ ਲੱਖਾਂ ਤੇ ਕਰੋੜਾਂ ਕਮਾ ਸਕਦਾ। ਲੱਗ ਪਿਆ ਕਮਾਉਣ। ਇਵੇਂ ਗਈ ਵਿਹਾਏ, ਬਸ ਏਦਾਂ ਹੀ ਸਾਰੀ ਜ਼ਿੰਦਗੀ ਲੰਘ ਗਈ। ਸਾਰੀ ਜ਼ਿੰਦਗੀ ਇਹ ਇਸੇ ਤਰ੍ਹਾਂ ਗੁਜ਼ਾਰ ਕੇ ਚੱਲਿਆ ਕਿ ਮੇਰੀ ਮੇਰੀ ਕਰਦਾ ਰਿਹਾ, ਤੇ ਮੇਰੀ ਮੇਰੀ ਕਰਦਿਆਂ ਹੋਇਆਂ ਸੰਸਾਰ ਤੋਂ ਚੱਲਿਆ। ਧੰਦੇ ਪਿੱਟਦਾ ਰਿਹਾ, ਧੰਦਾ ਪਿੱਟਦਾ ਹੋਇਆ ਸੰਸਾਰ ਤੋਂ ਚੱਲਿਆ। ਨਾ ਧੰਦੇ ਸਮੇਟ ਸਕਿਆ, ਨਾ ਮਨੋਰਥ ਤੱਕ ਪਹੁੰਚ ਸਕਿਆ। ਤੇ ਸਰਫੇ ਕੀਤੇ ਕੀ ਕਰਨਗੇ। ਇੱਕ ਇੱਕ ਸਵਾਸ ਨੂੰ ਤੇ ਕੀਮਤੀ ਤਾਂ ਹੀ ਸਮਝਾਂਗੇ ਨਾ ਕਿ ਜੇ ਬੰਦੇ ਨੇ
ਇੱਕ ਇੱਕ ਸਾਹ ਨਾਲ ਕੁਛ ਲਾਹਾ ਖੱਟਿਆ ਹੋਵੇ ਤੇ ਇਹਨੇ ਇੱਕ ਇੱਕ ਸਾਹ ਨਾਲ ਲਾਹਾ ਨਹੀਂ, ਇੱਕ ਇੱਕ ਸਾਹ ਨਾਲ ਇਹਨੇ ਘਾਟਾ ਹੀ ਖੱਟਿਆ। ਤੇ ਗੁਰੂ ਸਾਹਿਬ ਕਹਿੰਦੇ ਇਹ ਸਰਫਾ ਕਰਦਾ ਕਰਦਾ ਆਪਣੀ ਜ਼ਿੰਦਗੀ ਕਦੋਂ ਲੰਘਾ ਕੇ ਬਹਿ ਗਿਆ, ਇਹਨੂੰ ਪਤਾ ਹੀ ਨਹੀਂ ਲੱਗਿਆ ਮੇਰਾ ਜੀਵਨ ਲੰਘ ਗਿਆ। ਇਹਦਾ ਜੀਵਨ ਤੇ ਇਦਾਂ ਗੁਜ਼ਰਿਆ, 10 ਬਾਲਪਨ 20 ਸ਼ਰਵਣ 30 ਕਾ ਸੁੰਦਰ ਕਹਾਵੈ, 40 ਪੁਰ ਹੋਏ 85 ਪਗ ਖਿਸੈ, 60 ਕੇ ਬੁਢੇਪਾ ਆਵੈ, 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੈ, 90 ਕਾ ਸਿਹ ਜਸਨੀ, ਮੂਲ ਨਾ ਜਾਣੈ ਅਪ ਬਲ, ਢੰਡੋਲੇ ਮੈਂ ਢੂੰਡੇ ਮੈਂ ਡਿੱਠ ਮੈਂ, ਨਾਨਕ ਜਗ ਧੂਏ ਕਾ ਧਵਲ ਹਰ। ਇਦਾਂ ਲੰਘਾ ਗਿਆ ਜ਼ਿੰਦਗੀ ਇਹ ਤੇ। ਨਹੀਂ ਸਮਝ ਸਕੇ ਆਪਣੀ ਜ਼ਿੰਦਗੀ ਦੇ ਬਾਰੇ ਚ, ਸਵਾਰ ਕੁਛ ਨਹੀਂ ਸਕਿਆ। ਜਨਮ ਸਵਾਰੇਗਾ ਤੇ ਉਹ ਹੀ ਨਾ ਜਿੰਨੇ ਕੁਝ ਹਾਸਲ ਕੀਤਾ ਆਪਣੇ ਜੀਵਨ ਚ, ਜਿੰਨੇ ਮੁਕਾਮ ਕੁਛ ਹਾਸਲ ਕੀਤਾ, ਜਿੰਨੇ ਪ੍ਰਾਪਤ ਕੁਝ ਕੀਤਾ ਆਪਣੀ ਜ਼ਿੰਦਗੀ ਚ, ਜਿਹੜਾ ਸੰਤੁਸ਼ਟ ਹੋ ਗਿਆ ਆਪਣੀ ਜ਼ਿੰਦਗੀ ਤੋਂ, ਜਿੰਨੇ ਗਿਆਨ ਆਪਣੀ ਜ਼ਿੰਦਗੀ ਚ ਹਾਸਲ ਕਰ ਲਿਆ, ਜਿਹਨੂੰ ਮਨੋਰਥ ਮਿਲ ਗਿਆ, ਜਿੰਨੇ ਸਰਫਾ ਤੇ ਕੀਤਾ ਆਪਣੀ ਜ਼ਿੰਦਗੀ ਚ, ਪਰ ਉਹਨੇ ਇੱਕ ਇੱਕ ਸਾਹ ਦੇ ਨਾਲ ਰੱਬ ਨੂੰ ਵਿਸਾਰਿਆ ਨਹੀਂ, ਸਗੋਂ ਰੱਬ ਨੂੰ ਚੇਤੇ ਕਰਦਾ ਰਿਹਾ। ਉਹਦਾ ਕੀਤਾ ਸਰਫਾ ਉਹਦੇ ਲਾਹੇ ਵਿੱਚ ਪੈ ਗਿਆ। ਚਾਹੇ ਕੋਈ ਜੁੜ ਕੇ ਸਮਾਂ ਗੁਜ਼ਾਰ ਲਏ, ਚਾਹੇ ਕੋਈ ਟੁੱਟ ਕੇ ਗੁਜ਼ਾਰ ਲਏ, ਗੁਜ਼ਰ ਸਾਰਿਆਂ ਦਾ ਹੀ ਜਾਣਾ। ਜੇ ਮੈਂ ਇੱਕ ਕਲੌਕ ਲਵਾਂ, ਘੜੀ ਲਵਾਂ ਤੇ ਘੜੀ ਦੀਆਂ ਸੂਈਆਂ ਤੋੜ ਕੇ ਸੁੱਟਦਾ, ਕੀ ਸਮਾਂ ਰੁਕ ਜਾਏਗਾ? ਨਹੀਂ ਰੁਕਣਾ, ਸਮਾਂ ਫਿਰ ਵੀ ਚੱਲੀ ਜਾਂਦਾ। ਸੂਈਆਂ ਜੋੜ ਦਾਂਗਾ, ਸਮਾਂ ਫਿਰ ਵੀ ਚੱਲੀ ਜਾਣਾ। ਸੂਈਆਂ ਤੋੜਨ ਤੇ ਜੋੜਨ ਨਾਲ ਕੋਈ ਫਰਕ ਸਮੇਂ ਨੂੰ ਨਹੀਂ ਪੈਣਾ। ਮੈਂ ਆਪਣੀ ਸੁਰਤ ਰੱਬ ਨਾਲ ਜੋੜ ਲਾਂ, ਸਮਾਂ ਫਿਰ ਵੀ ਚੱਲੇਗਾ। ਮੈਂ ਰੱਬ ਤੋਂ ਟੁੱਟ ਕੇ ਜ਼ਿੰਦਗੀ ਗੁਜ਼ਾਰਾਂ, ਸਮਾਂ ਫਿਰ ਵੀ ਚੱਲੇਗਾ। ਨਾ ਸਮੇਂ ਨੇ ਟੁੱਟਿਆਂ ਰੁਕ ਜਾਣਾ ਤੇ ਨਾ ਜੁੜਿਆਂ ਰੁਕਣਾ। ਬਸ ਇੰਨਾ ਹੈ। ਜਦੋਂ ਟੁੱਟ ਕੇ ਗੁਜ਼ਾਰਾਂਗਾ ਉਦੋਂ ਗੁਜ਼ਰਿਆ ਸਮਾਂ ਲੱਗੇਗਾ ਮੈਂ ਬੜਾ ਘੱਟ ਗੁਜ਼ਾਰਿਆ, ਮੈਨੂੰ ਸਮਾਂ ਬਹੁਤਾ ਮਿਲਿਆ ਹੀ ਨਹੀਂ, ਮੈਂ ਤੇ ਕੁਝ ਹਾਸਲ ਹੀ ਨਹੀਂ ਕੀਤਾ। ਪਛਤਾਵਾਂਗਾ ਜਦੋਂ ਸਮਾਂ ਟੁੱਟਿਆਂ ਗੁਜ਼ਰੇਗਾ। ਤੇ ਜਦੋਂ ਜੁੜ ਕੇ ਗੁਜ਼ਰੇਗਾ ਪਤਾ ਲੱਗੇਗਾ ਜ਼ਿੰਦਗੀ ਦੇ ਇੰਨੇ ਸਾਲ ਬੀਤ ਗਏ, ਜ਼ਿੰਦਗੀ ਦੇ ਇੰਨੇ ਸਵਾਸ ਬੀਤ ਗਏ, ਫਿਰ ਮੈਂ ਆਪਣਾ ਲਾਹਾ ਕਿੰਨਾ ਕੁ ਖੱਟਿਆ, ਨਾਲ ਉਹ ਵੀ ਹੋਏਗਾ। ਫਿਰ ਡਰ ਨਹੀਂ ਹੋਏਗਾ ਕਿ ਮੇਰਾ ਹੁਣ ਜੀਵਨ ਮੁੱਕਣ ਵਾਲਾ। ਆ ਫਰਕ ਹੈ ਟੁੱਟ ਕੇ ਤੇ ਜੁੜ ਕੇ ਗੁਜ਼ਾਰਨ ਵਿੱਚ। ਸਮਾਂ ਦੋਵਾਂ ਦਾ ਹੀ ਲੰਘ ਜਾਂਦਾ ਹੈ। ਜਿੰਨੇ ਜੁੜ ਕੇ ਲੰਘਾ ਲਿਆ ਉਹਦਾ ਸੌਖਾ ਲੰਘ ਗਿਆ, ਜਿੰਨੇ ਟੁੱਟ ਕੇ ਲੰਘਾਇਆ ਉਹ ਦੁਖੀ ਹੋ ਕੇ ਹੀ ਕੱਢਦਾ ਰਿਹਾ। ਜਿੰਨਾ ਗੁਰੂ ਨਾਲ ਸੁਰਤ ਜੋੜ ਕੇ ਲੰਘਾਇਆ ਉਹ ਪ੍ਰਸੰਨਤਾ ਨਾਲ ਜੀਵਨ ਬਤੀਤ ਕਰਕੇ ਚੱਲੇ, ਪ੍ਰਸੰਨ ਹੋ ਕੇ ਚੱਲੇ, ਆਪਣਾ ਜੀਵਨ ਸਵਾਰ ਕੇ ਚੱਲੇ। ਉਹ ਤੇ ਆਸ ਵਿੱਚ ਬੈਠੇ ਸਨ ਕਿ ਗੁਰੂ ਪਿਤਾ ਅਕਾਲ ਪੁਰਖ ਪਰਮੇਸ਼ਵਰ ਮਾਲਕ ਉਹ ਪਰਮਾਤਮਾ ਕਦੋਂ ਆਵਾਜ਼ ਮਾਰੇ, ਸੱਦਾ ਭੇਜੇ ਤੇ ਅਸੀਂ ਫਕਰ ਨਾਲ ਉਹਦੇ ਦਰ ਤੇ ਜਾਈਏ। ਤੇ ਇੱਕ ਉਹ ਸੀ ਜਿਹਨੇ ਟੁੱਟ ਕੇ ਲੰਘਾਇਆ, ਉਹਨੂੰ ਡਰ ਬਣਿਆ ਰਿਹਾ ਕਿਤੇ ਅੱਜ ਹੀ ਮੌਤ ਨਾ ਆ ਜਾਏ। ਇਹੋ ਕਾਰਨ ਹੈ ਕਿ ਗੁਰਬਾਣੀ ਨੇ ਜਦੋਂ ਮਨੁੱਖ ਨੂੰ ਸਮਝਾਇਆ ਨਾ ਤੇ ਇਹਨੂੰ ਇਹ ਆਖਿਆ ਵੀ ਮਨੁੱਖਾ ਆਪਣਾ ਇੱਕ ਇੱਕ ਸਾਹ ਅਖੀਰੀ ਸਮਝ ਕੇ ਚੱਲ। ਜਦੋਂ ਇੱਕ ਇੱਕ ਸਾਹ ਅਖੀਰੀ ਸਮਝ ਕੇ ਚੱਲੇਗਾ ਨਾ ਤੇ ਤੇਰੇ ਮਨ 'ਚ ਆਸ ਹੋਏਗੀ ਆਖਰੀ ਸਾਹ ਤੇ ਮੈਂ ਸਵਾਰ ਲਾਂ, ਆਖਰੀ ਮੇਰਾ ਪਲ ਹੈ ਤੇ ਮੈਂ ਇਹਨੂੰ ਚੰਗੇ ਪਾਸੇ ਲਾ ਕੇ ਗੁਜ਼ਾਰਾਂ, ਕਿਤੇ ਮਾੜੇ ਪਾਸੇ ਨਾ ਲੰਘ ਜਾਏ। ਜਦੋਂ ਇੱਕ ਇੱਕ ਸਾਹ ਆਖਰੀ ਸਮਝ ਕੇ ਲੰਘਾਏਗਾ ਤੇ ਤੈਨੂੰ ਲੱਗੇਗਾ ਕਿ ਆਖਰੀ ਸਾਹ ਮੈਂ ਚੰਗੇ ਪਾਸੇ ਲਾ ਕੇ ਗੁਜ਼ਾਰਾਂ। ਉਧਰੋਂ ਜੁੜੀ ਹੋਵੇ ਸੁਰਤ ਤੇ ਸੱਜਣਾ ਹੋਵੇ ਆਖਰੀ ਤੇਰਾ ਸਾਹ, ਤੇ ਕਿਵੇਂ ਨਾ ਰੱਬ ਦੇ ਦਰ ਤੇ ਪਰਵਾਨਿਆ ਜਾਏਗਾ। ਪਰ ਸਮਝ ਤੇ ਸਹੀ ਵੀ ਸਾਹ ਮੇਰਾ ਆਖਰੀ ਹੈ। ਇਹ ਤੇ 80 ਸਾਲਾਂ ਦੀ ਜ਼ਿੰਦਗੀ ਲੰਘਾ ਕੇ ਵੀ ਨਹੀਂ ਸਮਝਿਆ ਵੀ ਮੇਰਾ ਆਖਰੀ ਸਾਹ। ਅਜੇ ਵੀ ਸੋਚੀ ਬੈਠਾ ਵੀ ਅਜੇ ਤੇ ਮੈਂ ਬਹੁਤ ਕੁਝ ਵੇਖਣਾ, ਅਜੇ ਤੇ ਜ਼ਿੰਦਗੀ ਬੜੀ ਲੰਮੇਰੀ,
ਸਤਿਗੁਰੂ ਕਹਿੰਦੇ ਸਰਫੈ ਸਰਫੈ ਸਦਾ ਸਦਾ ਐਵੇਂ ਗਈ ਵਿਹਾਏ। ਨਾਨਕ ਕਿਸਨੋ ਆਖੀਐ ਵਿਣ ਪੁੱਛਿਆ ਹੀ ਲੈ ਜਾਏ। ਜਿਸ ਦਿਨ ਮੌਤ ਲਿਖਾਈ ਸੀ ਨਾ, ਉਸ ਦਿਨ ਸਮਾਂ ਤੇ ਪਲ ਪੱਕਾ ਕੀਤਾ ਸੀ। ਟਾਈਮ ਪੱਕਾ ਸੀ ਕਿ ਆਹ ਹੈ ਮੇਰਾ ਜਿੱਦਣ ਮੈਂ ਮਰਨਾ। ਇੱਥੇ ਬੈਠੇ ਆ, ਖਿਮਾ ਕਰਿਓ ਮੈਂ ਇਹ ਲਫ਼ਜ਼ ਵਰਤਣ ਲੱਗਾ, ਅਸੀਂ ਆਪਣਾ ਵੀ ਟਾਈਮ ਪੱਕਾ ਕਰਾ ਕੇ ਆਏ ਆ ਵੀ ਰੱਬਾ ਆਹ ਦੇਣਾ ਹੈ, ਆਹ ਸਮਾਂ, ਆਹ ਪਲ, ਇਦਾਂ ਦੀ ਉਦੋਂ ਹਾਲਤ ਹੋਏਗੀ ਤੇ ਮੇਰੀ ਇਦਾਂ ਮੌਤ ਹੋਣੀ। ਮੈਂ ਲਿਖਾ ਕੇ ਆਇਆ, ਬਿਨਾਂ ਲਿਖਾਏ ਨਹੀਂ ਆਏ। ਸਤਿਗੁਰੂ ਕਹਿੰਦੇ ਨਾਨਕ ਕਿਸ ਨੂੰ ਆਖੀ ਹੈ, ਕਿਹਨੂੰ ਆਖਾਂਗੇ? ਕਿਉਂਕਿ ਦੋਸ਼ ਨਹੀਂ ਨਾ ਦੇ ਸਕਦੇ ਕਿਸੇ ਨੂੰ। ਰੱਬ ਨੂੰ ਇਹ ਵੀ ਨਹੀਂ ਕਹਿ ਸਕਦੇ ਰੱਬਾ ਤੂੰ ਪੁੱਛਿਆ ਨਹੀਂ ਮੈਨੂੰ। ਅੱਜ ਭਾਵੇਂ ਅਸੀਂ ਲੱਖ ਵਾਰੀ ਕਹਿ ਦਈਏ ਕਿ ਰੱਬ ਨੇ ਮੈਨੂੰ ਪੁੱਛ ਕੇ ਮੌਤ ਨਹੀਂ ਦਿੱਤੀ, ਪਰ ਜਿੱਦਣ ਉਹਨੇ ਜਨਮ ਦੇਣਾ ਸੀ ਨਾ, ਉਦੋਂ ਪਹਿਲਾਂ ਉਹਨੇ ਪੁੱਛਿਆ ਸੀ ਵੀ ਆਹ ਤੇਰੀ ਮੌਤ ਦਾ ਸਮਾਂ ਮੈਂ ਲਿਖਣ ਲੱਗਿਆ, ਤੇ ਤੂੰ ਕਿਹਾ ਸੀ ਠੀਕ ਹੈ ਰੱਬਾ ਲਿਖ ਦੇ। ਲਿਖਿਆ ਤੇ ਰੱਬ ਨਹੀਂ ਹੈ, ਮਨੁੱਖ ਨੇ ਆਪ ਨਹੀਂ। ਅਸੀਂ ਮਰਨ ਲਿਖਵਾਇਆ, ਲਿਖਣ ਵਾਲਾ ਉਹ ਬੈਠਾ। ਉਹ ਲਿਖਣ ਲੱਗਾ ਸੀ, ਉਹਨੇ ਦੱਸਤਾ ਵੀ ਮੈਂ ਤੇਰੀ ਮੌਤ ਦਾ ਦਿਨ, ਤੇਰੀ ਮੌਤ ਦਾ ਸਮਾਂ ਤੇ ਹਾਲਾਤ ਮੈਂ ਇੱਥੇ ਲਿਖਣ ਲੱਗਿਆ। ਆਹ ਦਿਨ ਹੈ, ਆਹ ਸਮਾਂ, ਆਹ ਹਾਲਾਤ ਹੈ, ਮੈਂ ਲਿਖ ਦਿੱਤੇ ਨੇ। ਤੇ ਅਸੀਂ ਵੀ ਕਿਹਾ ਸੀ ਠੀਕ ਹੈ ਰੱਬਾ ਲਿਖ ਦੇ। ਮਰਨ ਲਿਖਾਤਾ, ਮੰਡਲ 'ਚ ਅਸੀਂ ਆ ਗਏ। ਹੁਣ ਇੱਥੇ ਜ਼ਿੰਦਗੀ ਜਿਉਂਦੇ ਆ ਅਸੀਂ ਭਾਵੇਂ ਲੱਖ ਵਾਰੀ ਕਹਿ ਲਈਏ ਰੱਬਾ ਮੌਤ ਦੱਸ ਕੇ ਭੇਜੀ, ਤੂੰ ਸਾਨੂੰ ਦੱਸੇ ਬਿਨਾ ਮੌਤ ਨਾ ਦੇਈ, ਪਰ ਉਹਨੇ ਉਦਣ ਹੀ ਦੱਸਤਾ ਸੀ ਜਿੱਦਣ ਸਾਨੂੰ ਜਨਮ ਦੇਣਾ ਸੀ। ਉਹ ਤੇ ਅਸੀਂ ਇੱਥੇ ਆ ਕੇ ਭੁੱਲ ਗਏ ਨਾ ਵੀ ਮਰਨਾ ਵੀ ਹੈ। ਉਹ ਤੇ ਇੱਥੇ ਆ ਕੇ ਇੰਨਾ ਕੁ ਖਚਤ ਹੋ ਗਏ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ। ਮਰਨਾ ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਇੱਥੇ ਆ ਕੇ ਭੁੱਲ ਗਏ ਕਿ ਮਰਨਾ ਵੀ ਹੈ ਅਸੀਂ। ਜਿੱਦਣ ਉਹਨੇ ਫਿਰ ਹੁਣ ਲੈਣ ਆਉਣਾ, ਕਿਸ ਨੂੰ ਆਖੀ ਅਸੀਂ, ਕਿਹਨੂੰ ਆਖਾਂਗੇ? ਉਹ ਤੇ ਬਿਨ ਪੁੱਛਿਆ ਹੀ ਲੈ ਜਾਏ। ਬਿਨਾਂ ਪੁੱਛ, ਉਹ ਤੇ ਸਾਨੂੰ ਵੀ ਨਹੀਂ ਪੁੱਛਦਾ। ਉਹਨੇ ਕਿਸੇ ਹੋਰ ਨੂੰ ਤੇ ਕੀ ਪੁੱਛਣਾ, ਉਹਨੇ ਸਾਨੂੰ ਵੀ ਨਹੀਂ ਪੁੱਛਣਾ ਵੀ ਮੈਂ ਤੇਰੀ ਜਿੰਦ ਕੱਢਾਂ ਕਿ ਨਾ ਕੱਢਾਂ। ਉਹਨੇ ਤੇ ਕੱਢ ਕੇ ਲੈ ਜਾਣੀ ਹੈ। ਕਿਉਂਕਿ ਜੇ ਬੰਦੇ ਨੂੰ ਪੁੱਛ ਕੇ ਜਾਨ ਕੱਢੀ ਜਾਏ ਤੇ ਕਿਹੜਾ ਜਿਹੜਾ ਕਵੇ ਵੀ ਰੱਬਾ ਲੈ ਜਾ ਕੱਢ ਕੇ। ਹੁਣ ਐਵੇਂ ਨਹੀਂ ਬਾਪੂ ਨੇ ਬਾਣੀ ਚ ਆਖ ਦਿੱਤਾ, ਮਲਕਲ ਮੌਤ ਜਾ ਆਵ ਸੀ, ਸਭ ਦਰਵਾਜ਼ੇ ਭੰਨ, ਇੱਕ ਇੱਕ ਦਰਵਾਜ਼ਾ ਆਪੇ ਹੀ ਟੁੱਟਦਾ ਜਾਣਾ। ਮੌਤ ਨੇ ਆਉਣ ਲੱਗਿਆ ਪੁੱਛਣਾ ਥੋੜੀ ਤੈਨੂੰ ਵੀ ਆਵਾਂ ਕਿ ਨਾ ਆਵਾਂ। ਬਸ ਤੂੰ ਸੱਜਣਾ ਕੋਸ਼ਿਸ਼ ਇਹ ਕਰਕੇ ਮੌਤ ਆਉਣ ਤੋਂ ਪਹਿਲਾਂ ਤੂੰ ਖੁਦ ਆਪਣਾ ਸਭ ਕੁਝ ਸਵਾਰ ਕੇ ਬੈਠਾ ਹੋਵੇਂ, ਮੌਤ ਦੇ ਇੰਤਜ਼ਾਰ ਵਿੱਚ ਬੈਠਾ ਹੋਵੇਂ, ਤੈਨੂੰ ਲੈਣ ਆਉਂਦੀ ਤੇ ਤੂੰ ਚੱਲ ਕੇ ਜਾਣਾ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਘਰ ਘਰ ਇਹੋ ਪਾਹੁਚਾ ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਉਹ ਸੱਦਣ ਵਾਲਾ ਜਿਹੜਾ ਨਾ ਉਹ ਬੈਠਾ ਸੱਦ ਰਿਹਾ, ਕੱਲੇ ਕੱਲੇ ਨੂੰ ਸੱਦਾ ਭੇਜਿਆ ਹੋਇਆ ਉਹਨੇ, ਸਾਰਿਆਂ ਦੀ ਸਾਹੇ ਚਿੱਠੀ ਕੱਲੇ ਕੱਲੇ ਦੇ ਘਰ 'ਚ ਫੜਾਈ ਹੋਈ ਹੈ। ਪਰ ਜਿੱਦਣ ਜਿਹਦਾ ਦਿਨ ਆ ਜਾਂਦਾ ਉਹਨੂੰ ਸੱਦ ਲੈਂਦਾ, ਉਹ ਚਲਾ ਜਾਂਦਾ। ਤੇ ਇਸੇ ਕਰਕੇ ਸਤਿਗੁਰੂ ਕਹਿੰਦੇ ਸੱਦਣ ਹਾਰਾ ਸਿਮਰੀ ਹੈ, ਭਾਈ ਉਹਨੂੰ ਚੇਤੇ ਕਰ। ਤੇ ਆਪਾਂ ਮਿਲ ਕੇ ਕੀ ਕਰਨਾ, ਦੇਹੋ ਸੱਜਣ ਆਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ, ਕਿ ਮੇਲ ਉਸ ਅਕਾਲ ਪੁਰਖ ਨਾਲ ਹੋ ਜਾਏ। ਆ ਅਸੀਸਾਂ ਅਸੀਂ ਦੇਣੀਆਂ ਤੇ ਆਹੀ ਅਸੀਸਾਂ ਅਸੀਂ ਲੈਣੀਆਂ ਵੀ ਨੇ।
ਕਿ ਬਿਨ ਪੁੱਛਿਆ ਹੀ ਲੈ ਜਾਏ। ਉਹਨੇ ਪੁੱਛਣਾ ਨਹੀਂ ਕਿਸੇ ਨੂੰ, ਉਹਨੇ ਦੱਸਣਾ ਨਹੀਂ ਕਿਸੇ ਨੂੰ ਕਿੱਥੇ ਲੈ ਕੇ ਚੱਲਿਆ, ਕਦੋਂ ਲੈ ਕੇ ਜਾਣਾ, ਲੈ ਕੇ ਜਾਵਾਂ ਕਿ ਨਾ ਜਾਵਾਂ। ਸਾਰੇ ਸਵਾਲ ਸਾਡੇ ਮਨਾਂ ਵਿੱਚ ਨੇ, ਪਰ ਰੱਬ ਨੇ ਇੱਕ ਵੀ ਸਵਾਲ ਦਾ ਜਵਾਬ ਸਾਨੂੰ ਨਹੀਂ ਦੇਣਾ ਤੇ ਨਾ ਹੀ ਉਹਨੇ ਸਾਨੂੰ ਕਿਸੇ ਪ੍ਰਕਾਰ ਪੁੱਛਣਾ। ਅਸੀਂ ਜਿਵੇਂ ਮਰਜ਼ੀ ਕੋਸ਼ਿਸ਼ ਕਰ ਲਈਏ, ਯਤਨ ਕਰ ਲਈਏ ਕਿ ਰੱਬ ਸਾਨੂੰ ਦੱਸ ਕੇ ਆਵੇ। ਜੇ ਉਹ ਦੱਸ ਕੇ ਆਵੇ ਤੇ ਹੋ ਸਕਦਾ ਅਸੀਂ ਉਹਨੂੰ ਆਖ ਦਈਏ ਕਿ ਰੱਬਾ ਮੌਤ ਨਾ ਹੀ ਆਵੇ। ਤੇ ਮੌਤ ਕਦੇ ਪੁੱਛ ਕੇ ਨਹੀਂ ਆਈ, ਸਿਰ ਤੇ ਮੰਡਰਾ ਰਹੀ ਹੈ। ਇਉਂ ਕਹਿ ਲੋ ਕਿ ਇੱਕ ਨਾ ਸਾਡੇ ਸਿਰ ਉੱਤੇ ਮੌਤ ਦਾ ਫਰਿਸ਼ਤਾ ਬੈਠਾ ਹੈ, ਕੱਲੇ ਕੱਲੇ ਦੇ ਸਿਰ ਉੱਤੇ। ਰੱਬ ਨੇ ਸਿਰਫ ਉਹਨੂੰ ਇੰਨਾ ਹੀ ਕਹਿਣਾ ਵੀ ਚੁੱਕ ਲਾ। ਉਹਨੇ ਅੱਖ ਚਮਕਣ ਦੇ ਸਮੇਂ ਤੋਂ ਪਹਿਲਾਂ ਹੀ ਲੈ ਜਾਣਾ। ਸਿਰਫ ਉਹਨੇ ਫਰਿਸ਼ਤੇ ਨੂੰ ਇਹ ਕਹਿਣਾ ਵੀ ਇਹਦਾ ਸਮਾਂ ਹੋ ਗਿਆ। ਫਰਿਸ਼ਤਾ ਤੇ ਬੈਠਾ ਹੀ ਹੈ ਨਾ ਸਿਰ ਤੇ ਕੱਲੇ ਕੱਲੇ ਦੇ, ਕੇਸ ਪਕੜ ਕੇ ਬੈਠਾ ਨਾਲੇ। ਤੇ ਜਿਹੜਾ ਕੇਸ ਪਕੜ ਕੇ ਬੈਠਾ, ਜਿੱਦਣ ਸਮਾਂ ਮੁੱਕ ਗਿਆ ਉਹਨੇ ਉਸੇ ਵਕਤ ਕੇਸਾਂ ਤੋਂ ਫੜ ਕੇ ਹੀ ਪਟਕਾ ਕੇ ਮਾਰਨਾ। ਤੇ ਸਾਡੇ ਪੱਲੇ ਕੀ ਰਹਿ ਜਾਣਾ? ਉਹ ਫਰਿਸ਼ਤੇ ਨੇ ਉਦਣ ਲੈ ਹੀ ਜਾਣਾ ਜਿਹੜਾ ਸਿਰ ਤੇ ਰੱਬ ਵੱਲੋਂ ਬਿਠਾਇਆ ਗਿਆ। ਹੁਣ ਗੱਲ ਇਹ ਹੈ, ਉਹ ਇੱਕ ਰੱਬੀ ਪਿਆਰਾ ਜਿਹੜਾ ਰੱਬ ਨਾਲ ਸੁਰਤ ਜੋੜ ਕੇ ਬੈਠਾ, ਮੌਤ ਤੇ ਉਹਦੇ ਸਿਰ ਤੇ ਵੀ ਹੈ। ਬਸ ਉਹ ਰੱਬ ਅੱਗੇ ਇੱਕ ਅਰਜ਼ ਗੁਜ਼ਾਰ ਲੈਂਦਾ ਹੈ ਕਿ ਰੱਬ ਜੀ, ਮੈਂ ਤੇਰੇ ਅੱਗੇ ਅਰਦਾਸ ਕਰਦਾ ਕਿ ਜਿਹੜਾ ਮਮਸਰ ਮੂਏ ਅਜ਼ਰਾਇਲ ਗ੍ਰਿਫਤਾਹ ਦਿਲ ਹੇਚ ਨਾਦਾਨੀ, ਉਹ ਜਿਹੜਾ ਮੇਰੇ ਸਿਰ ਤੇ ਅਜ਼ਰਾਇਲ ਫਰਿਸ਼ਤਾ ਬੈਠਾ ਨਾ, ਉਹਦੇ ਤੋਂ ਮੇਰਾ ਆਪਣਾ ਆਪਾ ਜਿਹੜਾ ਨਾ ਉਹਨੂੰ ਤੁਸੀਂ ਬਚਾਉਣਾ। ਮੈਂ ਅਰਜ਼ ਤੁਹਾਡੇ ਅੱਗੇ ਗੁਜ਼ਾਰਦਾ, ਗੁਫ਼ਤਗੂ ਤੁਹਾਡੇ ਨਾਲ ਕਰ ਰਿਹਾ ਤੇ ਤੁਸੀਂ ਕੰਨ ਦੇ ਕੇ ਮੇਰੀ ਗੁਫ਼ਤ ਨੂੰ ਸੁਣੋ। ਤੂੰ ਹੱਕਾ ਵੀ ਹੈ, ਤੂੰ ਕਬੀਰ ਵੀ ਹੈ, ਤੂੰ ਕਰੀਮ ਵੀ ਹੈ, ਬੇਐਬ ਵੀ ਹੈ, ਤੂੰ ਪਰਵਦਗਾਰ ਸਾਡੀ ਸੰਭਾਲ ਕਰਨ ਵਾਲਾ ਵੀ ਹੈ ਤੂੰ। ਤੇ ਮੈਂ ਤੇਰੇ ਅੱਗੇ ਅਰਜ਼ ਗੁਜ਼ਾਰਦਾ ਕਿ ਉਹ ਜਿਹੜਾ ਮਮਸਰ ਮੂਏ ਅਜ਼ਰਾਇਲ ਗ੍ਰਿਫਤਾਹ ਦਿਲ ਹੇਚ ਨਾਦਾਨੀ, ਉਹ ਜਿਹੜਾ ਬੈਠਾ ਹੈ ਨਾ ਦੁਨੀਆ ਦੇ ਇਸ ਮੁਕਾਮ ਤੇ ਕੱਲੇ ਕੱਲੇ ਦੇ ਸਿਰ ਉੱਤੇ, ਬਸ ਉਹਦੇ ਤੋਂ ਆਪ ਕਿਰਪਾ ਕਰਕੇ ਤੂੰ ਛਡਵਾ ਲਈ, ਆਪ ਰਹਿਮਤ ਕਰਕੇ ਉਹਦੇ ਤੋਂ ਬਚਾ ਲਾ। ਤੇ ਜਿਹੜਾ ਤੇ ਸਵਾਰ ਲੈਂਦਾ ਉਹ ਮੌਤ ਨੂੰ ਖੁਦ ਜੀਓ ਆਇਆ ਆਖਦਾ, ਜਿਹੜਾ ਨਹੀਂ ਸਵਾਰਦਾ ਕੁਛ ਉਹ ਫਿਰ ਆਖਦਾ ਕਿ ਅੱਜ ਦੀ ਰਾਤ ਬਾਕੀ ਦੇ ਦਿਓ, ਤੁਹਾਡਾ ਵੀ ਕੁਛ ਨਾ ਕੁਛ ਖਰਚ ਸਾਰ ਦਿਆਂਗਾ, ਪਰ ਮੈਨੂੰ ਅੱਜ ਦਾ ਦਿਨ ਤੁਸੀਂ ਦੇ ਦਿਓ। ਤੇ ਅੱਗੋਂ ਮੌਤ ਦਾ ਫਰਿਸ਼ਤਾ ਇਹ ਕਹਿੰਦਾ ਹੈ ਕਿ ਨਹੀਂ ਭਾਈ, ਉਸ ਖੁਦਾ ਨੇ, ਦੀਵਾਨ ਨੇ ਸਾਨੂੰ ਘੱਲਿਆ, ਅਸੀਂ ਆਏ ਆ ਤੇ ਦਰਗਾਹ ਤੋਂ ਫਰਮਾਨ ਲੈ ਕੇ ਆਏ ਆ, ਤੇ ਹੁਣ ਅਸੀਂ ਤੈਨੂੰ ਇੱਕ ਦਿਨ ਤੇ ਬੜੀ ਦੂਰ ਦੀ ਗੱਲ ਹੈ, ਇੱਕ ਪਲ ਵੀ ਤੈਨੂੰ ਆਪਣੇ ਕੋਲੋਂ ਨਹੀਂ ਦੇ ਸਕਦੇ। ਤੂੰ ਰਾਤ ਮੰਗਦਾ, ਅਸੀਂ ਰਾਤ ਤੇ ਛੱਡ। ਆ ਇੱਕ ਸਾਹ ਜਿਹੜਾ ਤੂੰ ਅੰਦਰ ਖਿੱਚ ਲਿਆ ਨਾ, ਉਹਨੇ ਇਹ ਹੀ ਆਖਿਆ ਸੀ ਵੀ ਇਹ ਬਾਹਰ ਆਉਣ ਨਹੀਂ ਦੇਣਾ, ਤੇ ਹੁਣ ਅਸੀਂ ਤੈਨੂੰ ਇੰਨਾ ਵੀ ਹੱਕ ਨਹੀਂ ਦੇ ਸਕਦੇ ਕਿ ਤੂੰ ਆ ਸਾਹ ਬਾਹਰ ਕੱਢੇ। ਜਦੋਂ ਇਨਸਾਨ ਦੀ ਮੌਤ ਹੁੰਦੀ ਹੈ ਤੇ ਇੱਕੋ ਵਾਰੀ ਉਸੇ ਵਕਤ ਪਾਲੀ ਮਰ ਜਾਂਦਾ ਨਾ, ਕੀ ਪਤਾ ਉਹ ਸਾਹ ਅੰਦਰ ਲੈਣ ਲੱਗਾ ਸੀ ਕਿ ਬਾਹਰ ਕੱਢਣ ਲੱਗਾ ਸੀ। ਬਸ ਜਿੱਥੇ ਸਵਾਸਾਂ ਦੀ ਗਿਣਤੀ ਪੂਰੀ ਹੋਈ ਉੱਥੇ ਹੀ ਫੁੱਲ ਸਟਾਪ ਰੱਬ ਵੱਲੋਂ ਲਾ ਦਿੱਤਾ ਜਾਂਦਾ, ਉੱਥੇ ਹੀ ਰੋਕ ਦਿੱਤੇ ਜਾਂਦੇ।
ਜੇ ਮੇਰੇ ਸਵਾਸਾਂ ਦੀ ਗਿਣਤੀ ਸਾਹ ਬਾਹਰ ਕੱਢਦਿਆਂ ਪੂਰੀ ਹੋ ਗਈ ਨਾ, ਉੱਥੇ ਫੁੱਲ ਸਟਾਪ ਲੱਗ ਜਾਣਾ ਹੈ। ਜੇ ਅੰਦਰ ਲਿਜਾਂਦਿਆਂ ਪੂਰੀ ਹੋ ਗਈ, ਉੱਥੇ ਰੋਕ ਦਿੱਤੇ ਜਾਣੇ, ਬਾਹਰ ਵੀ ਨਹੀਂ ਨਿਕਲਣਾ। ਫਿਰ ਗੱਲ ਤੇ ਸਾਹਾਂ ਦੀ ਗਿਣਤੀ ਪੂਰੀ ਹੋਣ ਦੀ ਹੈ। ਜਦੋਂ ਹੋ ਗਈ ਉਦੋਂ ਹੀ ਨਾਨਕ ਕਿਸ ਨੂੰ ਆਖੀ ਹੈ, ਬਿਨ ਪੁੱਛਿਆ ਹੀ ਲੈ ਜਾਏ। ਫਿਰ ਉਹ ਕਿਸੇ ਨੂੰ ਪੁੱਛੇਗਾ ਨਹੀਂ, ਉਹਨੇ ਆ ਕੇ ਲੈ ਜਾਣਾ। ਕਿਉਂ ਨਾ ਉਹਦੇ ਆ ਕੇ ਲਿਜਾਣ ਤੋਂ ਪਹਿਲਾਂ ਅਸੀਂ ਆਪਣੇ ਜੀਵਨ ਦਾ ਮਨੋਰਥ ਹਾਸਲ ਕਰ ਲਈਏ। ਬਸ ਕਿਤੇ ਉਹ ਬਾਤ ਜੋ ਭਾਈ ਨੰਦ ਲਾਲ ਜੀ ਕਦੇ ਆਖਦੇ ਨਾ, ਆਗਿਆ ਸਮਝ ਚੱਲੋ ਨੰਦ ਲਾਲਾ ਪਾਸ਼ਾ ਜੋ ਬੀਤੀ ਸੋ ਬੀਤੀ, ਜਿੰਨੀ ਗੁਜ਼ਰ ਗਈ ਉਹਨੂੰ ਗੁਜ਼ਰੀ ਨੂੰ ਚੇਤੇ ਕਰਕੇ ਪਛਤਾਉਣ ਨਾਲੋਂ, ਅੱਗੇ ਆਉਣ ਵਾਲੀ ਚੇਤਾ ਕਰਕੇ ਸੋਚਣ ਨਾਲੋਂ ਗੱਲ ਹੈ ਜਿਹੜੀ ਚੱਲ ਰਹੀ ਹੈ ਇੰਨੀ ਨੂੰ ਸਵਾਰ ਲਈਏ, ਕਿਉਂਕਿ ਚੱਲਦੀ ਦਾ ਨਹੀਂ ਪਤਾ ਇਹਨੇ ਕਦੋਂ ਰੁਕ ਜਾਣਾ। ਚੱਲਦੀ ਸਵਾਰੀਏ, ਲੰਗੀ ਨੂੰ ਪਛਤਾਉਣ ਨਾਲੋਂ, ਆਉਣ ਦੀ ਚਿੰਤਾ ਨਾਲੋਂ ਗੱਲ ਹੈ ਚੱਲਦੀ ਸਵਾਰ ਲਈਏ। ਜੇ ਚੱਲਦੀ ਸਵਾਰ ਲਈ ਤੇ ਰੱਬ ਦੇ ਦਰ ਤੇ ਪਰਵਾਨੇ ਜਾਵਾਂਗੇ। ਸਤਿਗੁਰੂ ਪਾਤਸ਼ਾਹ ਕਿਤੇ ਰਹਿਮਤ ਕਰਨ। ਗੁਰੂ ਅੱਗੇ ਹਰ ਵਕਤ ਇਹ ਅਰਦਾਸ, ਇਹ ਅਰਜ਼ੋਈਆਂ ਕਰਦੇ ਰਿਹਾ ਕਰੋ, ਸਤਿਗੁਰੂ ਜੀ ਇੰਨਾ ਕੁ ਬਲ, ਇੰਨੀ ਕੁ ਬੁੱਧੀ ਬਖਸ਼ੋ ਕਿ ਆਪ ਜੀ ਦੇ ਬਖਸ਼ੇ ਬਲ ਤੇ ਬੁੱਧੀ ਸਦਕਾ ਅਸੀਂ ਆਪਣੀਆਂ ਸੁਰਤਾਂ ਆਪ ਜੀ ਦੇ ਚਰਨਾਂ ਨਾਲ ਜੋੜ ਸਕੀਏ ਤੇ ਆਪਣੇ ਜੀਵਨ ਸਫਲ ਬਣਾ ਕੇ ਅਸੀਂ ਸੰਸਾਰ ਤੋਂ ਜਾਈਏ। ਗੁਰੂ ਅੱਗੇ ਹਰ ਵਕਤ ਇਹ ਅਰਦਾਸ, ਇਹ ਅਰਜ਼ੋਈ ਕਰਦੇ ਰਿਹਾ ਕਰੋ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ। ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ। ਸਤਿਗੁਰੂ ਪਾਤਸ਼ਾਹ ਮਿਹਰ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਮਾਲਕ ਪਾਤਸ਼ਾਹ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖਣ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਸਰਫੈ ਸਰਫੈ ਸਦਾ ਸਦਾ, ਐਵੇਂ ਗਈ ਵਿਹਾਏ। ਨਾਨਕ ਕਿਸਨੂੰ ਆਖੀਐ, ਬਿਨ ਪੁੱਛਿਆ ਹੀ ਲੈ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।